ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੇਰੇ ਭਾਰਤ ਦੇ ਮੂਲ ਨਿਵਾਸੀ ਭੈਣ ਭਰਾਓ, ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ। ਸਾਥੀਓ, ਅੱਜ ਦਾ ਵੀਡੀਓ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ, ਜਦੋਂ ਤੁਸੀਂ ਡਿਸਕ੍ਰਿਪਸ਼ਨ ਪੜੋਗੇ ਤੇ ਆਪ ਜੀ ਨੂੰ ਸਾਰੀ ਗੱਲ ਕਲੀਅਰ ਹੋ ਜਾਣੀ ਹੈ, ਲੇਕਿਨ ਫਿਰ ਵੀ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਦੇਣਾ ਚਾਹੁੰਦਾ ਹਾਂ। ਪੰਜਾਬ ਦੇ ਵਿੱਚ ਜਿਹੜੇ ਸਾਡੇ ਕਿਸਾਨ ਨੇ ਜਾਂ ਜੱਟ ਨੇ, ਜਿਹੜੇ ਗੁਰਬਾਣੀ ਦੀ ਮੰਨਦੇ ਆ, ਚੰਗੀ ਸੋਚ ਰੱਖਦੇ ਆ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦੇ ਇਸ ਫਰਮਾਨ ਦੇ ਉੱਤੇ ਪਹਿਰਾ ਦਿੰਦੇ ਆ, ਉਹ ਸਾਡੇ ਭਰਾ ਨੇ ਔਰ ਉਹਨਾਂ ਦੀ ਸੋਚ ਜਿਹੜੀ ਆ ਬਹੁਤ ਅੱਛੀ ਆ। ਲੇਕਿਨ ਜਿਹੜੇ ਘਰਮ ਚੌਧਰੀ ਨੇ, ਜਿਹੜੇ ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਧਰਮ ਦੇ ਠੇਕੇਦਾਰ ਬਣ ਕੇ ਗੋਲਕਾਂ ਔਰ ਗੁਰੂ ਘਰਾਂ ਦੇ ਉੱਤੇ ਕਾਬਜ ਨੇ, ਇਹਨਾਂ ਨੂੰ ਕੋਈ ਵੀ ਗੈਰ ਜੱਟ ਅਗਰ ਸਿੱਖੀ ਦੇ ਵਿੱਚ ਐਂਟਰੀ ਮਾਰਦਾ ਆ ਤੇ ਇਹਨਾਂ ਨੂੰ ਤਕਲੀਫ ਹੋ ਜਾਂਦੀ ਆ। ਸਾਥੀਓ, ਅੱਜ ਮੈਂ ਗੱਲ ਕਰਾਂਗਾ ਵਿੱਕੀ ਥੋਮਸ ਦਾ ਬੈਕਗਰਾਉਂਡ ਜੋ ਮਰਜ਼ੀ ਰਿਹਾ ਹੋਵੇ, ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਆ। ਲੇਕਿਨ ਵਿੱਕੀ ਥੋਮਸ ਮਹਾਰਾਸ਼ਟਰ ਮੁੰਬਈ ਦਾ ਇੱਕ ਉਹ ਵਿਅਕਤੀ ਜਿਹੜਾ ਸਿੱਖੀ ਸਿਧਾਂਤਾਂ ਤੋਂ ਬੜਾ ਪ੍ਰਭਾਵਿਤ ਹੋਇਆ। ਦੇਖੋ, ਜਦੋਂ ਉਹ ਅਲੱਗ-ਅਲੱਗ ਧਰਮਾਂ ਦੀ ਰਿਸਪੈਕਟ ਕਰਦਾ ਆ, ਸੈਕੂਲਰ ਆ, ਉਹ ਆਪਣੇ ਹਿੰਦੂ ਭਰਾਵਾਂ ਨਾਲ ਪਿਆਰ ਕਰਦਾ ਆ, ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਕਰਦਾ ਆ। ਦੇਖੋ, ਮੈਂ ਵੀ ਇੱਕ ਸੈਕੂਲਰ ਵਿਅਕਤੀ ਆ, ਮੈਂ ਸੈਕੂਲਰ ਹੋ ਕੇ ਚੱਲਦਾ ਆ, ਹਰ ਧਰਮ ਨੂੰ ਪਿਆਰ ਕਰਦਾ ਆ। ਇਸੇ ਤਰ੍ਹਾਂ ਵਿੱਕੀ ਥੋਮਸ ਜਿਹੜਾ ਲੜਕਾ ਹੈ, ਮਹਾਰਾਸ਼ਟਰ ਤੋਂ, ਮੁੰਬਈ ਤੋਂ ਆਇਆ, ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋਇਆ। ਮੈਂ ਬੜੀ ਦੇਰ ਤੋਂ ਉਹਨੂੰ ਦੇਖ ਰਿਹਾ ਕਿ ਜਦੋਂ ਉਹ ਕ੍ਰਿਸਚਨ ਸੀਗਾ, ਉਹ ਕ੍ਰਿਸਚਨ ਹੋਣ ਦੇ ਬਾਵਜੂਦ ਉਹ ਸਿੱਖੀ ਸਿਧਾਂਤਾਂ ਤੋਂ ਬੜਾ ਪ੍ਰਭਾਵਿਤ ਹੋਇਆ। ਗੁਰੂ ਸਾਹਿਬ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਹ ਅਕਸਰ ਸਿੱਖੀ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਗੱਲਬਾਤ ਕਰਦਾ ਰਹਿੰਦਾ ਸੀਗਾ। ਮੈਂ ਉਹਨੂੰ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ। ਲੇਕਿਨ ਜਿਸ ਤਰ੍ਹਾਂ ਹੀ ਵਿੱਕੀ ਥੋਮਸ ਪੰਜਾਬ ਦੇ ਵਿੱਚ ਐਂਟਰ ਹੁੰਦਾ ਆ ਔਰ ਸਿੰਘ ਸਜਦਾ ਆ, ਖਾਲਸਾ ਆ, ਤੇ ਕੁਝ ਉਹ ਲੋਕ ਜਿਨ੍ਹਾਂ ਦਾ ਆਪਣਾ ਪਿਛੋਕੜ ਟਰਾਮਾਡੋਲ ਨਾਲ ਜੁੜਿਆ ਹੋਇਆ ਆ, ਜਿਨ੍ਹਾਂ ਦਾ ਆਪਣਾ ਪਿਛੋਕੜ ਜਿਹੜਾ ਆ ਉਹ ਬੀੜਿਆਂ ਨਾਲ ਜੁੜਿਆ ਹੋਇਆ ਆ, ਜਿਨ੍ਹਾਂ ਦਾ ਆਪਣਾ ਪਿਛੋਕੜ ਜਿਹੜੇ ਮੋਨੇ ਘੋਨੇ ਔਰ ਨਸ਼ੇ ਪੱਤੇ ਕਰਨ ਵਾਲੇ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ, ਜਿਹਦੀ ਸਾਲੀ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ, ਮੀਡੀਆ ਦੇ ਵਿੱਚ ਆਣ ਕੇ ਉਹਦੇ ਤੇ ਉਸ ਨਸ਼ੇੜੀ ਵਿਅਕਤੀ ਦੇ ਉੱਤੇ ਹੋਏ ਪਰਚਿਆਂ ਦਾ ਉਹਦੇ ਖੁਲਾਸੇ ਕੀਤੇ ਵੀ ਇਹ ਕਿਸ ਤਰ੍ਹਾਂ ਦੇ ਨਸ਼ੇ ਕਰਦਾ ਆ। ਮੇਰੀ ਮੁਰਾਦ ਕੋਈ ਬਾਜੇ ਕੇ ਤੋਂ ਆ, ਪ੍ਰਧਾਨ ਮੰਤਰੀ ਹੈ, ਮਤਲਬ ਔਕਾਤ ਤੇ ਉਹਦੀ ਕਿਸੇ ਸੰਸਥਾ ਦਾ ਪ੍ਰਧਾਨ ਬਣਨ ਦੀ ਵੀ ਨਹੀਂ ਆ, ਸਰਪੰਚ ਬਣਨ ਦੀ ਵੀ ਨਹੀਂ ਆ, ਲੇਕਿਨ ਨਾਮ ਰੱਖਿਆ ਪ੍ਰਧਾਨ ਮੰਤਰੀ, ਹੈ ਨਾ। ਉਹ ਕਹਿੰਦੇ ਨਾ ਵੀ ਜਮਾਨੇ ਦੀ ਝੂਠ ਖਾਂਦਾ ਹੋਵੇ, ਲੇਕਿਨ ਮਾਪਿਆਂ ਨੇ ਨਾਮ ਰੱਖਿਆ ਸੁੱਚਾ ਸਿੰਘ ਹੈ। ਤੇ ਭਾਵੇਂ ਘਰ ਦੇ ਵਿੱਚ ਭੰਗ ਭੁੱਜਦੀ ਹੋਵੇ, ਲੇਕਿਨ ਮਾਪਿਆਂ ਨੇ ਨਾਮ ਰੱਖਿਆ ਸੀਗਾ ਜੀ ਅਮੀਰ ਸਿੰਘ, ਰਾਈਟ। ਸੋ ਦੋਸਤੋ, ਇਸੇ ਤਰ੍ਹਾਂ ਔਕਾਤ ਕਿਸੇ ਮਹੱਲੇ ਦੇ ਪ੍ਰਧਾਨ ਬਣਨ ਦੀ ਵੀ ਨਹੀਂ ਆ ਉਸ ਬੰਦੇ ਦੀ, ਤੇ ਨਾਮ ਰੱਖਿਆ ਆ ਮੰਤਰੀ ਬਾਜੇ ਕੇ। ਉਹਦਾ ਆਪਣਾ ਪਿਛੋਕੜ ਕੀ ਸੀਗਾ। ਲੇਕਿਨ ਅੱਜ ਉਹ ਵਿਅਕਤੀ ਵਿੱਕੀ ਥੋਮਸ ਦੇ ਉੱਤੇ ਉਂਗਲ ਚੁੱਕ ਰਿਹਾ ਆ। ਸਾਥੀਓ, ਉਹ ਇਸ ਕਰਕੇ ਉਂਗਲ ਚੁੱਕੀ ਜਾ ਰਹੀ ਆ। ਦੇਖੋ, ਇੱਕ ਬੰਨੇ ਕਿਹਾ ਜਾਂਦਾ ਆ ਕਿ ਲੋਕ ਜਿਹੜੇ ਨੇ ਉਹ ਸਿੱਖੀ ਨਾਲੋਂ ਟੁੱਟ ਕੇ ਕੋਈ ਕ੍ਰਿਸਚਨ ਬਣੀ ਜਾਂਦਾ ਆ, ਈਸਾਈ ਬਣੀ ਜਾਂਦਾ ਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਅਨਪੜ੍ਹ ਬੂਟ ਘਰਮ ਚੌਧਰੀ ਜਿਹੜੇ ਧਰਮ ਤੇ ਜ਼ਬਰਦਸਤੀ ਠੇਕੇਦਾਰ ਬਣੇ ਹੋਏ ਆ, ਇਹ ਲੋਕ ਮਜਬੂਰ ਕਰਦੇ ਆ। ਤੁਸੀਂ ਇਹ ਸੋਚ ਕੇ ਦੇਖੋ ਵੀ ਕ੍ਰਿਸਚੈਨਿਟੀ ਪੂਰੇ ਵਰਲਡ ਦੇ ਵਿੱਚ ਆ, ਜਿੰਨੇ ਪੂਰੇ ਵਰਲਡ ਦੇ ਵਿੱਚ ਦੇਸ਼ ਨੇ, ਉਹ ਸਭ ਕ੍ਰਿਸਚੈਨਿਟੀ ਬਾਈਬਲ ਦੇ ਸਿਧਾਂਤਾਂ ਦੇ ਉੱਤੇ ਉਹਨਾਂ ਦੇ ਸੰਵਿਧਾਨ ਬਣੇ ਹੋਏ ਨੇ ਔਰ ਉਹ ਸਭ ਨੂੰ ਗੱਲ ਨਾਲ ਲਾਉਂਦੇ ਆ। ਐਵੇਂ ਨਹੀਂ ਲੋਕ 50-50 ਲੱਖ ਰੁਪਇਆ ਖਰਚ ਕਰਦੇ ਆ, ਐਵੇਂ ਨਹੀਂ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾ ਕੇ, ਡੌਂਕੀਆਂ ਲਾ ਕੇ ਲੋਕ ਬਾਹਰ ਨੂੰ ਭੱਜਦੇ ਆ। ਐਵੇਂ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਜੇ ਬੇਗਮਪੁਰਾ ਹੈਗਾ ਆ, ਜੇ ਬੇਗਮਪੁਰਾ ਆ, ਉਹ ਗੱਲ ਨਾਲ ਲਾਉਂਦੇ ਆ, ਕ੍ਰਿਸਚੈਨਿਟੀ ਦੇ ਸਿਧਾਂਤ ਨੇ, ਬਾਈਬਲ ਦੇ ਸਿਧਾਂਤ ਨੇ। ਐਵੇਂ ਤਾਂ ਨਹੀਂ ਇਹ ਲੋਕ 2 ਨੰਬਰ ਦੇ ਨਾਲ ਬਾਹਰ ਪਹੁੰਚਦੇ। ਕਈ ਵਾਰੀ ਪਿਓ ਪੁੱਤ ਸਾਂਢੂ ਬਣ ਜਾਂਦੇ ਆ, ਫਿਰ ਵੀ ਬਾਹਰਲੇ ਮੁਲਕਾਂ ਨੂੰ ਜਾਂਦੇ ਆ। ਕਈ ਵਾਰੀ ਰਿਸ਼ਤੇਦਾਰ ਧੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾ ਲੈ ਕੇ ਬਾਹਰ ਨੂੰ ਜਾਂਦੇ ਆ। ਕਿਉਂ? ਇਹਨਾਂ ਨੂੰ ਇੰਨੇ ਖੇਖੜ ਕਿਉਂ ਕਰਨੇ ਪੈਂਦੇ ਆ, ਇੰਨੇ ਪਾਪੜ ਕਿਉਂ ਵੇਲਣੇ ਪੈਂਦੇ ਆ? ਕਿਉਂਕਿ ਸਾਥੀਓ, ਬਾਹਰਲੇ ਮੁਲਕਾਂ ਦੀ ਜਿਹੜਾ ਸੰਵਿਧਾਨ ਆ ਬਾਹਰਲੇ ਮੁਲਕਾਂ ਦਾ, ਉਹ ਸੰਵਿਧਾਨ
ਬਾਈਬਲ ਦੇ ਸਿਧਾਂਤਾਂ ਤੇ ਚੱਲਦਾ ਆ, ਬਰਾਬਰਤਾ ਦੀ ਗੱਲ ਕਰਦਾ ਆ, ਸਭ ਨੂੰ ਗਲ ਨਾਲ ਲਾਉਂਦਾ ਆ, ਪਿਆਰ ਸਿਖਾਉਂਦਾ ਆ। ਇਸੇ ਕਰਕੇ ਤੇ ਇੱਥੋਂ ਭੱਜ ਭੱਜ ਕੇ ਬਾਹਰ ਨੂੰ ਜਾਂਦੇ ਆ। ਲੇਕਿਨ ਉਹ ਵਿਅਕਤੀ ਜਿਹਦਾ ਆਪਣਾ ਪਿਛੋਕੜ ਨਸ਼ੇ ਪੱਤੇ ਨਾਲ ਜੁੜਿਆ ਸੀ, ਚਿੱਟੇ ਦਾ ਕੰਮ ਕਰਦਾ ਸੀ ਔਰ ਖੁਦ ਨਸ਼ਾ ਪੱਤਾ ਕਰਦਾ, ਟਰਾਮਾਡੋਲ ਦੀਆਂ ਗੋਲੀਆਂ ਖਾਧੇ ਬਿਨਾ ਉਹਦੇ ਕੋਲ ਬੋਲ ਵੀ ਨਹੀਂ ਹੁੰਦਾ। ਈਵਨ ਉਹਦੀ ਸਾਲੀ ਨੇ ਆਣ ਕੇ ਖੁਲਾਸਾ ਕੀਤਾ ਸੀ ਵੀ ਉਹਦੇ ਤੇ ਕਿਸ ਤਰੀਕੇ ਦੇ ਨਾਲ ਪਰਚੇ ਵੀ ਹੋਏ ਨੇ। ਉਹ ਵਿਅਕਤੀ ਖਾਲਸਾ ਬਣਦਾ, ਲੇਕਿਨ ਉਹਨੂੰ ਦੁਨੀਆ ਐਕਸੈਪਟ ਕਰਦੀ ਹੈ ਕਿਉਂਕਿ ਉਹ ਵਿਅਕਤੀ ਜੱਟ ਹੈ। ਇਸ ਕਰਕੇ ਉਹਨੂੰ ਸਿੱਖ ਬਣਨ ਦਾ ਅਧਿਕਾਰ ਹੈ। ਉਸ ਭਾਵੇਂ ਨਸ਼ੇੜੀ ਸੀ, ਭਾਵੇਂ ਉਹਦਾ ਪਿਛੋਕੜ ਕੁਛ ਵੀ ਸੀਗਾ, ਲੇਕਿਨ ਉਹਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਨਹੀਂ, ਸਾਰਿਆਂ ਨੇ ਨਹੀਂ, ਜੱਟਾਂ ਨੇ ਉਹਨੂੰ ਐਕਸੈਪਟ ਕਰ ਲਿਆ ਵੀ ਹਾਂ ਵੀ ਇਹ ਖਾਲਸਾ। ਉਹਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਪੰਜ ਪਿਆਰੇ ਗੁਰੂ ਕਲਗੀਧਰ ਪਿਤਾ ਨੇ ਜਿਨ੍ਹਾਂ ਤੋਂ ਅੰਮ੍ਰਿਤ ਛਕਿਆ, ਪਹਿਲਾਂ ਪੰਜ ਪਿਆਰੇ ਸਾਜੇ, ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ। ਉਹ ਪੰਜ ਪਿਆਰਿਆਂ ਦਾ ਵੀ ਉਸ ਬਾਜੇ ਕੇ ਵਾਲਾ ਜਿਹੜਾ ਪ੍ਰਧਾਨ ਮੰਤਰੀ ਆ, ਉਹਨੂੰ ਪੰਜ ਪਿਆਰਿਆਂ ਦੇ ਨਾਮ ਨਹੀਂ ਪਤਾ, ਉਹਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਪਤਾ, ਉਹਨੂੰ ਗੁਰਬਾਣੀ ਦਾ ਬਿਲਕੁਲ ਨਹੀਂ ਪਤਾ। ਲੇਕਿਨ ਉਹ ਵਿਅਕਤੀ ਉਂਗਲ ਚੁੱਕ ਰਿਹਾ ਵਿੱਕੀ ਥਾਮਸ ਵਰਗੇ ਇੱਕ ਉਹ ਵਿਅਕਤੀ ਦੇ ਉੱਤੇ ਜਿਹੜਾ ਗੈਰ ਜੱਟ ਹੈ ਔਰ ਮਹਾਰਾਸ਼ਟਰ ਤੋਂ ਆਇਆ, ਹਿੰਦੀ ਬੋਲਦਾ ਆ। ਲੇਕਿਨ ਇਹ ਲੋਕ ਜਿਹੜੇ ਨੇ ਇਹ ਸਿੱਖੀ ਨੂੰ ਸਿਰਫ ਪੰਜਾਬ ਦੇ ਵਿੱਚ ਹੀ ਸੀਮਤ ਰੱਖ ਦੇਣਾ ਚਾਹੁੰਦੇ ਨੇ। ਇਸ ਪੰਜਾਬ ਦੇ ਵਿੱਚ ਵੀ ਜਿਹੜੇ ਗੈਰ ਜੱਟ ਨੇ, ਚਾਹੇ ਉਹ ਰਾਮਗੜੀਏ ਹੋਣ, ਚਾਹੇ ਉਹ ਸੁਨਿਆਰੇ ਹੋਣ, ਚਾਹੇ ਉਹ ਮਜ਼੍ਹਬੀ ਸਿੱਖ ਹੋਣ, ਚਾਹੇ ਉਹ ਰਵਿਦਾਸੀਏ ਸਿੱਖ ਹੋਣ, ਕੋਈ ਵੀ ਦੂਸਰੀਆਂ ਜਿਹੜੀਆਂ ਅਖੌਤੀ ਜਾਤਾਂ ਨੇ, ਉਹਨਾਂ ਦੇ ਕਿਸੇ ਵੀ ਬੰਦੇ ਨੂੰ ਇਹ ਸਿੱਖ ਐਕਸੈਪਟ ਨਹੀਂ ਕਰਦੇ। ਲੇਕਿਨ ਆਪ ਇਹ ਘੋਨੇ ਮੋਨੇ ਹੋਣ, ਆਪ ਇਹ ਨਸ਼ੇ ਪੱਤੇ ਕਰਦੇ ਹੋਣ, ਚਿੱਟਾ ਵੇਚਦੇ ਰਹੇ ਹੋਣ, ਚਿੱਟਾ ਪੀਂਦੇ ਰਹੇ ਹੋਣ ਔਰ ਜਰਦਾ ਲਾਉਂਦੇ ਰਹੇ ਹੋਣ, ਬੀੜੀਆਂ ਪੀਂਦੇ ਰਹੇ ਹੋਣ, ਲੇਕਿਨ ਆਪ ਅਗਰ ਇਹ ਧਰਮ ਦੇ ਠੇਕੇਦਾਰ ਬਣ ਗਏ ਆ, ਜ਼ਬਰਦਸਤੀ ਪੱਗਾਂ 'ਚ ਸਿਰ ਫਸਾਲਿਆ ਤੇ ਇਹਨਾਂ ਦੀ ਬਰਾਦਰੀ ਦੇ ਲੋਕ ਐਕਸੈਪਟ ਕਰਦੇ ਆ ਵੀ ਇਹ ਖਾਲਸਾ ਬਣ ਗਿਆ। ਲੇਕਿਨ ਵਿੱਕੀ ਥਾਮਸ ਜਿਹੜਾ ਇੱਕ ਕ੍ਰਿਸਚਨ ਹੋ ਕੇ ਅਗਰ ਉਹਨੂੰ ਸਿੱਖੀ ਸਿਧਾਂਤ ਅੱਛੇ ਲੱਗੇ ਨੇ, ਅਗਰ ਉਹ ਖਾਲਸਾ ਬਣਿਆ ਤੇ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਸਾਥੀਓ, ਇਹ ਲੋਕ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰਦੇ। ਇਸੇ ਤਰ੍ਹਾਂ ਜਦੋਂ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਆਪਣੇ 35 ਮਹਾਂਪੁਰਸ਼ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹਨ, ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਟਰਾਂਸਲੇਟਡ ਜੋ ਉਹਨਾਂ ਦਾ ਸਰੂਪ ਹੈ, ਜੋ ਟਰਾਂਸਲੇਸ਼ਨ ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਗਲਿਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਉਹਨਾਂ ਨੂੰ ਸਟੱਡੀ ਕੀਤਾ, ਉਹ ਬੜੇ ਮੁਖਾਤਬ ਹੋਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖ ਕੇ ਉਹਨਾਂ ਨੇ ਭਾਰਤ ਦਾ ਸੰਵਿਧਾਨ ਬਣਾਇਆ ਤਾਂ ਕਿ ਭਾਰਤ ਦੇ ਵਿੱਚ ਜਾਤ ਪਾਤ ਰਹਿਤ ਇੱਕ ਦੇਸ਼ ਦੀ ਸਿਰਜਣਾ ਕੀਤੀ ਜਾਵੇ, ਬਰਾਬਰਤਾ ਦੀ ਗੱਲ ਕੀਤੀ ਜਾਵੇ, ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਵੇ। ਲੇਕਿਨ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜਦੋਂ ਉਹਨਾਂ ਦੇ ਵਿੱਚ ਉਹ ਤੇ ਭਾਰਤ ਦੇ ਹੀ ਰਹਿਣ ਵਾਲੇ ਨੇ, ਲੇਕਿਨ ਉਹ ਵੀ ਮਹਾਰਾਸ਼ਟਰ ਦੇ ਸੀਗੇ, ਉਹ ਜਦੋਂ ਸਿੱਖ ਬਣਨ ਦਾ ਫੈਸਲਾ ਕਰਦੇ ਨੇ ਕਿ ਮੈਂ ਵੀ ਸਿੰਘ ਸੱਜ ਜਾਣਾ ਆ, ਤੇ ਜਦੋਂ ਉਹ ਹਰਮੰਦਰ ਸਾਹਿਬ ਪਹੁੰਚਦੇ ਆ, 7 ਕਰੋੜ ਅਖੌਤੀ ਅਛੂਤ, ਜਿਨ੍ਹਾਂ ਨੂੰ ਵਿਪਰ ਅਛੂਤ ਕਹਿੰਦਾ ਆ, ਉਹਨਾਂ ਦੇ ਨੁਮਾਇੰਦੇ ਬਣ ਕੇ ਜਦੋਂ ਉੱਥੇ ਪਹੁੰਚਦੇ ਆ ਤੇ ਉੱਥੇ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਉੱਥੇ ਵਿਪਰ ਹੋਣ ਦਾ ਸਬੂਤ ਦਿੰਦੇ ਸੀ। ਹਰਨਾਮ ਸਿੰਘ ਡੱਲਾ, ਇਹਨਾਂ ਨੂੰ ਮੈਂ ਸਿੰਘ ਨਹੀਂ ਕਹਿ ਸਕਦਾ, ਇਹ ਲੋਕ ਉਹ ਲੋਕ ਸਨ ਜਿਹੜੇ ਸਿੱਖੀ ਨੂੰ ਕਦੀ ਵੀ ਵਧਣ ਫੁੱਲਣ ਨਹੀਂ ਦੇਣਾ ਚਾਹੁੰਦੇ। ਅਗਰ ਕੋਈ ਵੀ ਵਿਅਕਤੀ ਅਗਰ ਸਿੱਖੀ ਨਾਲ ਜੁੜਨਾ ਚਾਹੁੰਦਾ ਆ, ਇਹ ਉਹਦੇ ਤੇ ਉਂਗਲਾਂ ਚੁੱਕਦੇ ਨੇ, ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਉਹਨਾਂ ਦੀ ਜਾਤ ਇਹਨਾਂ ਨੂੰ ਨਜ਼ਰ ਆਉਂਦੀ ਆ, ਉਹ ਸਿੱਖ ਬਣ ਗਿਆ ਇਹ ਨਹੀਂ ਨਜ਼ਰ ਆਉਂਦਾ। ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜਦੋਂ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਮੈਂ ਵੀ ਸਿੰਘ ਸੱਜਣਾ ਚਾਹੁੰਦਾ ਆ, ਤੇ ਇਹਨਾਂ ਨੇ, ਮਾਫ ਕਰਨਾ ਮੈਂ ਉਹ ਸ਼ਬਦ ਨਹੀਂ ਜਾਤੀ ਸੂਚਕ ਬੋਲਣਾ ਚਾਹੁੰਦਾ ਸੀ ਪਰ ਮੈਨੂੰ ਬੋਲਣ ਲਈ ਮਜਬੂਰ ਹੋਣਾ ਪੈ ਰਿਹਾ, ਮਾਸਟਰ ਤਾਰਾ ਸਿੰਘ ਵਰਗੇ, ਹਰਨਾਮ ਡੱਲੇ ਵਰਗੇ ਤੇ ਹੋਰ ਉੱਥੇ ਜਿਹੜੇ ਵਿਪਰਵਾਦੀ ਪੱਗਾਂ ਬੰਨ੍ਹ ਕੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਪਾਰਟੀਆਂ ਬਣਾ ਕੇ ਉੱਥੇ ਕਾਬਜ ਸਨ, ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਹੁਣ ਸਿੱਖੀ ਜਿਹੜੀ ਆ ਉਹਦੇ 'ਚ ਚੂੜੇ ਚਮਾਰ ਸ਼ਾਮਲ ਹੋਣ ਜਾ ਰਹੇ ਆ। ਮਾਫ ਕਰਨਾ, ਇਹ ਸ਼ਬਦ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਲੇਕਿਨ ਮਜਬੂਰ ਹੋ ਕੇ ਬੋਲਣਾ ਪਿਆ। ਸਿੱਖੀ ਜਿਹੜੀ ਸੀ, ਅਗਰ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਸਿੰਘ ਸੱਜਦੇ, ਸਿੱਖ ਬਣ ਜਾਂਦੇ
ਤੇ ਅੱਜ ਸਿੱਖੀ ਜਿਹੜੀ ਸੀ ਉਹ ਪੂਰੇ ਭਾਰਤ ਦੇ ਵਿੱਚ ਉਹਦਾ ਪ੍ਰਚਾਰ ਹੋਣਾ ਸੀਗਾ, ਪੂਰੇ ਭਾਰਤ ਦੇ ਵਿੱਚ ਫੈਲਣੀ ਸੀਗੀ, ਕਿਉਂਕਿ ਅਸੀਂ ਜਿਹੜੀ ਇਹ ਵਿਚਾਰਧਾਰਾ ਹੈ ਗੁਰੂਆਂ ਦੀ ਇਹਨੂੰ ਫੈਲਾਉਣਾ ਆ। ਲੇਕਿਨ ਧਰਮ ਦੇ ਠੇਕੇਦਾਰਾਂ ਨੇ ਸਿਰਫ ਆਪ ਇਸ ਧਰਮ ਨੂੰ ਬਿਜ਼ਨਸ ਬਣਾ ਕੇ ਗੋਲਕਾਂ ਤੇ ਧਾਰਮਿਕ ਸਥਾਨਾਂ ਦੇ ਉੱਤੇ ਕਾਬਜ ਹੋ ਕੇ, ਤਾਂ ਕਿ ਇਹ ਸਿੱਖੀ ਜਿਹੜੀ ਹੈ ਇਹ ਫੈਲੇ ਨਾ। ਹਾਂ, ਲੋਕੀ ਮੱਥਾ ਟੇਕਣ ਆਉਣ, ਪੈਸਾ ਚੜਾ ਜਾਣ, ਸੋਨਾ ਚੜਾ ਜਾਣ, ਦਾਨ ਦਕਸ਼ਨਾ ਦੇ ਜਾਣ, ਲੇਕਿਨ ਸਿੱਖੀ ਦੇ ਵਿੱਚ ਆਉਣ ਨਾ, ਕਿਉਂਕਿ ਜੇ ਸਿੱਖੀ ਦੇ ਆਉਣਗੇ ਤੇ ਪੜ੍ਹੇ ਲਿਖੇ ਬੁੱਧੀਜੀਵੀ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ। ਤੁਸੀਂ ਸੋਚ ਕੇ ਦੇਖੋ ਵੀ 13 ਅਰਬ ਰੁਪਏ ਦਾ ਬਜਟ ਹੋਵੇ, ਲੇਕਿਨ ਜਿੰਨੀਆਂ ਵੀ ਐਜੂਕੇਸ਼ਨ ਸੰਸਥਾਵਾਂ ਨੇ, ਕੋਈ ਹਸਪਤਾਲ ਨਹੀਂ ਇਹਨਾਂ ਵੱਲੋਂ ਫ੍ਰੀ ਆਫ ਕਾਸਟ, ਕੋਈ ਫ੍ਰੀ ਆਫ ਕਾਸਟ ਐਜੂਕੇਸ਼ਨ ਤਾਂ ਨਹੀਂ ਆ। ਕਿਉਂਕਿ ਜਦੋਂ ਕੋਈ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਵਰਗਾ, ਵਿੱਕੀ ਥੋਮਸ ਵਰਗਾ ਵਿਅਕਤੀ ਜਿਹੜਾ ਗੈਰ ਜੱਟ ਹੈ, ਜਿਹੜਾ ਬਾਹਰਲੀ ਸਟੇਟ ਚੋਂ ਆਣ ਕੇ ਪੰਜਾਬ ਦੇ ਵਿੱਚ ਉਹ ਸਿੱਖ ਬਣ ਰਿਹਾ ਹੈ, ਤੇ ਉਹ ਅਗਰ ਇਹਦੇ ਵਿੱਚ ਸਿੱਖੀ ਦੇ ਵਿੱਚ ਫਲਸਫੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਆ ਤੇ ਉਹਨੂੰ ਪੂਲਾ ਕਿਹਾ ਜਾਂਦਾ। ਪੂਲੇ ਨੇ ਰੇਪ ਕੀਤੇ ਸੀਗੇ, ਪੂਲੇ ਨੇ ਹੋਰ ਵੀ ਕਈ ਗਲਤ ਕੰਮ ਕੀਤੇ ਸੀਗੇ, ਕੋਈ ਧੀਆਂ ਭੈਣਾਂ ਦੇ ਕਤਲ ਕੀਤੇ ਸੀਗੇ, ਜਿਹਦੀ ਸਜ਼ਾ ਉਸ ਨੂੰ ਭਾਈ ਹਰਚੰਦ ਸਿੰਘ ਹੋਣਾ ਨੇ ਦੇ ਦਿੱਤੀ ਸੀਗੀ। ਸੋ ਇਹਨੇ ਕੋਈ ਗਲਤ ਕੰਮ ਨਹੀਂ ਕੀਤੇ। ਹਰ ਵਿਅਕਤੀ ਦਾ ਇੱਕ ਪਿਛੋਕੜ ਹੁੰਦਾ ਹੈ, ਹਰ ਵਿਅਕਤੀ ਦੇ ਨਾਲ ਜੇ ਕੋਈ ਰਜ਼ਾਮੰਦੀ ਦੇ ਨਾਲ ਉਹਦੇ ਪਿਛੋਕੜ 'ਚ ਅਗਰ ਉਹਦੇ ਨਾਲ ਉਹਦੀਆਂ ਕੋਈ ਗਰਲਫ੍ਰੈਂਡ ਸੀ ਜਾਂ ਉਹਦੀ ਕੋਈ ਦੋਸਤ ਸੀ, ਅਗਲਾ ਕਰਦਾ ਰਿਹਾ, ਉਹ ਡਿਨਾਈ ਨਹੀਂ ਕਰਦਾ, ਲੇਕਿਨ ਉਹ ਆਪਣੇ ਆਪ ਨੂੰ ਸੁਧਾਰਦਾ ਹੋਇਆ, ਬਦਲਦਾ ਹੋਇਆ, ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੁੰਦਾ ਹੋਇਆ ਉਹ ਸਿੰਘ ਸੱਜ ਗਿਆ। ਲੇਕਿਨ ਇਹਨਾਂ ਧਰਮ ਦੇ ਠੇਕੇਦਾਰ ਜੱਟਾਂ ਨੂੰ, ਜਿਹੜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਉੱਤੇ, ਪ੍ਰਬੰਧਕ ਕਮੇਟੀ ਦੇ ਉੱਤੇ ਇਹ ਸੱਪ ਵਾਂਗੂ ਕੁੰਡਲੀ ਮਾਰ ਕੇ ਬੈਠੇ ਆ, ਆਪਣੇ ਕਬਜ਼ੇ 'ਚ ਕਰਕੇ ਬੈਠੇ ਆ। 40,000 ਏਕੜ ਜ਼ਮੀਨ, 40,000 ਏਕੜ ਜ਼ਮੀਨ ਪੰਜਾਬ ਦੇ ਵਿੱਚ ਗੁਰੂ ਘਰਾਂ ਦੀ ਆ, ਜਿਹਦਾ ਠੇਕਾ ਆਉਂਦਾ ਆ 13 ਅਰਬ ਰੁਪਏ ਦਾ, ਉਹਦਾ 1 ਸਾਲ ਦਾ ਬਜਟ ਆ। ਉਹ ਸਾਰਾ ਕਿਹਦੇ ਕੋਲ ਜਾ ਰਿਹਾ? ਇਹਨਾਂ ਕੋਲ ਹਿਸਾਬ ਜਦੋਂ ਕੋਈ ਮੰਗੂਗਾ, ਇਹਨਾਂ ਨੇ ਕਹਿਣਾ ਵੀ ਤੁਸੀਂ ਕੌਣ ਹੁੰਦੇ ਹੋ ਹਿਸਾਬ ਮੰਗਣ ਵਾਲੇ? ਜੇ ਕੋਈ ਸਿੰਘ ਸੱਜ ਕੇ ਸਿੱਖ ਬਣ ਕੇ ਇਹਨਾਂ ਕੋਲੋਂ ਜਿੰਨੇ ਮਹਾਰਾਜ ਦੇ ਸਰੂਪ ਉਹ ਗਾਇਬ ਹੋਏ ਨੇ, 328 ਸਰੂਪ, ਜੇ ਉਹਨਾਂ ਦਾ ਹਿਸਾਬ ਮੰਗੂਗਾ ਇਹ ਉਹਨਾਂ ਨੂੰ ਵੀ ਕੁੱਟਮਾਰ ਕਰਨਗੇ, ਕਿਉਂਕਿ ਇਹਨਾਂ ਨੇ ਧਾਰਮਿਕ ਸਥਾਨਾਂ ਨੂੰ, ਗੁਰਬਾਣੀ ਨੂੰ ਉਹਦੇ ਉੱਤੇ ਕਬਜ਼ਾ ਕਰ ਲਿਆ। ਉਹਦੀ ਮੰਨਦੇ ਨਹੀਂ ਆ, ਲੇਕਿਨ ਉਹਦਾ ਬਿਜ਼ਨਸ ਕਰ ਰਹੇ ਆ, ਤੇ ਇਹਨਾਂ ਨੂੰ ਡਰ ਲੱਗਦਾ ਆ ਕਿ ਇਸ ਬਿਜ਼ਨਸ ਤੋਂ ਜਿਹੜੀ ਸਾਨੂੰ ਕਮਾਈ ਹੋ ਰਹੀ ਆ ਕਿਤੇ ਉਹਦਾ ਕੋਈ ਹਿਸਾਬ ਨਾ ਮੰਗ ਲਵੇ। ਜੇ ਵਿੱਕੀ ਥੋਮਸ ਵਰਗਾ ਸਿੰਘ ਸੱਜ ਗਿਆ, ਉਹ ਕੱਲ ਨੂੰ ਇਹਨਾਂ ਕੋਲੋਂ ਹਿਸਾਬ ਮੰਗ ਸਕਦਾ ਸੀਗਾ। ਹਾਂ, ਅਗਰ ਗੱਲ ਕਰਦੇ ਆਪਾਂ ਆ ਜਿਹੜਾ ਦੁਬਈ ਤੋਂ ਟੋਕਨ ਚੋਰੀ ਕਰਦਾ ਹੋਇਆ, ਪਹਿਲਾਂ ਮੋਨਾਕੋ ਸੀਗਾ ਤੇ ਅੱਜ ਆਣ ਕੇ ਧਰਮ ਦਾ ਠੇਕੇਦਾਰ ਬਣ ਗਿਆ, ਲੇਕਿਨ ਉਹ ਜੱਟ ਆ, ਉਹਦੇ ਤੇ ਕੋਈ ਇਹਨਾਂ ਜੱਟਾਂ ਦੇ ਵਿੱਚੋਂ ਕੋਈ ਉਂਗਲ ਨਹੀਂ ਚੁੱਕ ਰਿਹਾ। ਬਾਕੀ ਪੰਜਾਬ ਦਾ ਅਸਲ ਸਿੱਖ ਜਿਹੜੇ ਨੇ ਉਹ ਇਹਨਾਂ ਨੂੰ ਐਕਸੈਪਟ ਨਹੀਂ ਕਰਦੇ, ਲੇਕਿਨ ਇਹ ਧਰਮ ਦੇ ਠੇਕੇਦਾਰ ਬਣੇ ਹੋਏ ਮੰਤਰੀ ਬਾਜੀ ਕੇ ਦਾ ਆਪਣਾ ਇਤਿਹਾਸ ਕੀ ਆ, ਆਪਣਾ ਪਿਛੋਕੜ ਕੀ ਆ? ਜੇ ਇਦਾਂ ਦਾ ਬੰਦਾ ਜਿਹਨੂੰ ਗੁਰਬਾਣੀ ਦੇ ਬਾਰੇ ਕੋਈ ਅਕਲ ਨਹੀਂ, ਉਹਨੂੰ 5 ਪਿਆਰਿਆਂ ਦੇ ਨਾਮ ਨਹੀਂ ਪਤਾ, ਉਸਨੂੰ ਗੁਰਬਾਣੀ ਦਾ ਕੋਈ ਸ਼ਬਦ ਨਹੀਂ ਆਉਂਦਾ, ਗੁਰਬਾਣੀ ਦਾ ਕੋਈ ਉਹਨੂੰ ਅੱਖਰ ਨਹੀਂ ਯਾਦ, ਕਿਸੇ ਤਰ੍ਹਾਂ ਦੀ ਉਹਨੂੰ ਜਾਣਕਾਰੀ ਨਹੀਂ, ਤਾਂ ਈਵਨ 10 ਗੁਰੂ ਸਾਹਿਬਾਨਾਂ ਦੇ ਨਾਮ ਮੈਂ ਗਰੰਟੀ ਦੇਣਾ ਵੀ ਜਿਹਨੂੰ ਕਿਤੇ ਪੁੱਛ ਲਏ ਜਾਣ ਤੇ ਉਹਨੂੰ ਉਹ ਵੀ ਨਹੀਂ ਪਤਾ ਹੋਣਗੇ ਵੀ 10 ਗੁਰੂ ਸਾਹਿਬਾਨ ਕੌਣ ਸੀਗੇ। ਬਸ ਸਿਰ ਦੇ ਲਓ, ਸਿਰ ਲੈਣਾ, ਸਿਰ ਦੇਣਾ, ਸਿਰ ਲੈਣਾ। ਮੈਨੂੰ ਇਹ ਦੱਸੋ, ਗੁਰੂ ਕਲਗੀਧਰ ਪਿਤਾ ਜੀ ਨੇ ਜਦੋਂ ਮੁਗਲਾਂ ਦਾ ਟਾਈਮ ਸੀ, ਜਦੋਂ ਬਾਹਰੋਂ ਧਾੜਵੀ ਆਣ ਕੇ ਲੜਦੇ ਸੀ, ਉਹਨਾਂ ਨੇ ਗੁਰੂ ਕਲਗੀਧਰ ਪਿਤਾ ਜੀ ਨੇ ਆਪਣੀਆਂ ਧੀਆਂ ਭੈਣਾਂ ਦੀ, ਕੌਮ ਦੇਸ਼ ਦੀ ਰਾਖੀ ਕਰਨ ਵਾਸਤੇ ਸਾਨੂੰ ਕਿਰਪਾਨ ਬਖਸ਼ਿਸ਼ ਕੀਤੀ ਸੀਗੀ, ਲੇਕਿਨ ਉਹ ਉਸ ਸਮੇਂ ਦੀ ਜ਼ਰੂਰਤ ਸੀ। ਅੱਜ ਤੇ ਉਹ ਸਿਰਫ ਇੱਕ ਆਇਡੈਂਟੀਫਿਕੇਸ਼ਨ ਹੈ, ਇੱਕ ਸਿੰਘ ਦੀ, ਇੱਕ ਸਿੱਖ ਦੀ, ਰਾਈਟ? ਲੇਕਿਨ ਇਹ ਲੋਕ ਗੁਰਬਾਣੀ ਨਹੀਂ ਪੜ੍ਹ ਰਹੇ, ਇਹ ਲੋਕ ਕਲਮ ਨੂੰ ਨਿੰਦ ਰਹੇ ਆ। ਇਹ ਕਹਿ ਰਹੇ ਆ ਕਿ ਪੜ੍ਹਾਈ ਆਦਮੀ ਨੂੰ ਕਮਜ਼ੋਰ ਕਰਦੀ ਆ। ਵੀਰੋ, ਜਿੱਥੇ ਗੁਰਬਾਣੀ ਸਾਨੂੰ ਇਹ ਗੱਲ ਕਹਿੰਦੀ ਹੈ, ਗੁਰਬਾਣੀ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਿਹੜਾ ਬੰਦਾ ਵਿਦਿਆ ਹਾਸਲ ਕਰ ਲੂਗਾ ਉਹ ਪਰਉਪਕਾਰੀ ਹੋ ਜਾਊਗਾ। ਮੇਰੇ ਵੀਰੋ, ਇਹ ਕਹਿੰਦੇ ਆ ਜੀ ਕਲਮ ਬੰਦੇ ਨੂੰ ਕਮਜ਼ੋਰ ਕਰਦੀ ਆ, ਹਥਿਆਰ। ਮੈਨੂੰ ਤੁਸੀਂ ਇਹ ਦੱਸੋ, ਅੱਜ ਭਾਰਤ ਦੇਸ਼ ਦੇ ਵਿੱਚ ਸਿੱਖਾਂ ਦਾ ਕੋਈ ਦੁਸ਼ਮਣ ਹੈ ਹੀ ਨਹੀਂ ਹੈ। ਹਾਂ, ਸਿੱਖਾਂ ਦੇ ਵਿੱਚ ਕੁਝ ਗੱਦਾਰ ਨੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ, ਗੋਰਿਆਂ ਦੇ ਟਾਈਮ ਦੇ ਉੱਤੇ ਵੀ ਸਿੱਖਾਂ ਦੀਆਂ ਮੁਖਬਰੀਆਂ ਕਰ ਕਰਕੇ ਖੂਹਾਂ ਦੇ ਵਿੱਚ, ਦਰਿਆਵਾਂ ਦੇ ਵਿੱਚ ਜ਼ਹਿਰ ਮਿਲਾਉਂਦੇ ਰਹੇ। ਕੌਣ ਸੀਗਾ ਜੀ? ਉਹ ਬਾਦਲ ਪਰਿਵਾਰ, ਜਿਨ੍ਹਾਂ ਨੇ ਸਿੱਖਾਂ ਨਾਲ ਗਦਾਰੀਆਂ ਕੀਤੀਆਂ। ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਵੋ ਕਿ ਜਿਹੜੀ ਅੱਜ ਇਹ ਕਹਿੰਦੇ ਨੇ ਕਿ ਵਿੱਕੀ ਥੋਮਸ ਦੀਆਂ ਕਾਂਗਰਸ ਦੇ ਨਾਲ ਫੋਟੋਆਂ ਨੇ, ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ ਫੋਟੋਆਂ ਨੇ, ਸੋਨੀਆ ਗਾਂਧੀ ਦੇ ਨਾਲ ਫੋਟੋਆਂ ਨੇ, ਰਾਜੀਵ ਗਾਂਧੀ ਦੇ ਨਾਲ ਫੋਟੋਆਂ ਨੇ। ਮੈਨੂੰ ਤੁਸੀਂ ਇਹ ਦੱਸੋ
ਵੀ ਕਾਂਗਰਸ ਦੇ ਨਾਲ ਜਿੰਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਾਇਆ, ਉਹ ਅਟੈਕ ਕਰਵਾਇਆ ਕਾਂਗਰਸ ਨੇ ਕਰਵਾਇਆ, ਸਾਰੀ ਦੁਨੀਆ ਨੂੰ ਪਤਾ ਆ। ਲੇਕਿਨ 1984 ਦਾ ਜੋ ਘੱਲੂਘਾਰਾ ਹੋਇਆ ਸੀਗਾ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਕਰਕੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ, ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਲੁਕ ਗਏ ਸੀਗੇ, ਉਹ ਪਹਿਲਾਂ ਕਿਹਦੇ ਬੁਲਾਰੇ ਹੁੰਦੇ ਸੀਗੇ? ਉਹਨਾਂ ਦਾ ਸੰਬੰਧ ਕਾਂਗਰਸ ਨਾਲ ਕੀ ਸੀਗਾ? ਕਿਆ ਦੁਨੀਆ ਨਹੀਂ ਜਾਣਦੀ? ਕਿਆ ਉਹਨਾਂ ਦਾ ਕਾਂਗਰਸ ਨਾਲ, ਕਿਆ ਉਹਨਾਂ ਦਾ ਇੰਦਰਾ ਗਾਂਧੀ ਦਾ ਕੋਈ ਸੰਬੰਧ ਨਹੀਂ ਸੀਗਾ? ਚਲੋ ਮੰਨਿਆ ਵੀ ਕਾਂਗਰਸ ਪਾਰਟੀ ਨੇ ਅਟੈਕ ਕਰਵਾਇਆ ਤੇ 3 ਵਾਰੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਰਾਜੇ ਨੇ ਜਦੋਂ 3 ਵਾਰੀ ਸਰਕਾਰ ਬਣਾਈ, ਉਦੋਂ ਕੈਪਟਨ ਨੂੰ ਕਿਉਂ ਨਹੀਂ ਕੋਈ ਸਵਾਲ ਪੁੱਛੇ? ਵੀ ਉਦੋਂ ਤੁਹਾਡੇ ਮੂੰਹ ਸੀਤੇ ਗਏ ਸੀਗੇ, ਉਦੋਂ ਤੁਹਾਡੇ ਮੂੰਹ ਬੰਦ ਹੋ ਗਏ ਸੀਗੇ, ਉਦੋਂ ਕਿਉਂ ਨਹੀਂ ਬੋਲੇ ਤੁਸੀਂ? ਬਈ ਹੈ ਕੈਪਟਨ ਜਿਹੜਾ ਸੀਗਾ ਜਿਹਨੇ 3 ਵਾਰੀ, ਔਰ ਤੁਸੀਂ ਵੋਟਾਂ ਪਾ ਕੇ ਉਹਨਾਂ ਨੂੰ ਸਰਕਾਰ ਬਣਾ ਕੇ ਦਿੰਦੇ ਆ, ਕੈਪਟਨ ਅਮਰਿੰਦਰ ਸਿੰਘ ਜਿਹਨੇ 3 ਵਾਰੀ ਕਾਂਗਰਸ ਪਾਰਟੀ ਜਿਹਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਕੇ ਢਹਿ ਢੇਰੀ ਕਰ ਦਿੱਤਾ ਸੀਗਾ ਜੀ, ਉਦੋਂ ਤੁਹਾਡੀ ਕਿੱਥੇ ਚਲੀ ਗਈ ਸੀਗੀ? ਤੁਹਾਡਾ ਜ਼ਮੀਰ ਕਿੱਥੇ ਸੀਗਾ ਜੀ? ਫਿਰ ਜਿਹੜੀ ਲੱਡੂ ਵੰਡਦੀ ਹੈ ਬੀਜੇਪੀ, ਉਹਦੇ ਨਾਲ ਰਲ ਕੇ ਬਾਦਲ ਹੁਣੀ ਪੰਜਾਬ ਦੇ ਵਿੱਚ 5 ਵਾਰੀ ਮੁੱਖ ਮੰਤਰੀ ਬਣਦੇ ਆ, ਉਦੋਂ ਤੁਸੀਂ ਵੋਟਾਂ ਪਾਉਣੇ ਆ? ਤੁਸੀਂ ਵੋਟਾਂ ਨਹੀਂ ਪਾਈਆਂ, ਉਹਨਾਂ ਦੇ ਕੋਲੋਂ ਤੁਸੀਂ ਹਿਸਾਬ ਮੰਗੋ ਤਾਂ, ਉਹਨਾਂ ਦੇ ਕੋਲੋਂ ਜਾ ਕੇ ਤੁਸੀਂ ਹਿਸਾਬ ਮੰਗੋ ਤਾਂ। ਲੇਕਿਨ ਤੁਹਾਨੂੰ ਪਤਾ ਕਿ ਤੁਹਾਡੇ 76 ਪੈਣੇ ਆ, ਉਧਰੋਂ ਜੁੱਤੀਆਂ ਪੈਣੀਆਂ ਤੁਹਾਡੇ, ਇਸ ਕਰਕੇ ਤੁਸੀਂ ਉਧਰ ਨੂੰ ਨਹੀਂ ਜਾਂਦੇ। ਸਮਝ ਗਏ? ਤੁਸੀਂ ਲੋਕਾਂ ਨੇ ਧਰਮ ਨੂੰ ਢਾਲ ਬਣਾਇਆ ਹੋਇਆ, ਆਪਣੀ ਸੁਵਿਧਾ ਦੇ ਅਨੁਸਾਰ ਧਰਮ ਨੂੰ ਖਿੱਚੀ ਫਿਰਦੇ ਆ। ਧਰਮ ਨੂੰ ਤੁਸੀਂ ਜੋ ਸਿੱਖ ਸਿਧਾਂਤ ਸਨ ਉਹਨਾਂ ਨਾਲ ਤੁਹਾਨੂੰ ਕੋਈ ਮਤਲਬ ਨਹੀਂ, ਸਿੱਖੀ ਨਾਲ ਕੋਈ ਮਤਲਬ ਨਹੀਂ, ਗੁਰੂਆਂ ਨਾਲ ਕੋਈ ਮਤਲਬ ਨਹੀਂ। ਪਰ ਗੱਲ ਇਹ ਹੈ ਵੀ ਗੁਰੂਆਂ ਦੀ ਜੋ ਕੁਰਬਾਨੀਆਂ ਸਨ, ਉਹਦੇ ਦੁਨੀਆ ਪੂਰਾ ਸਾਰਾ ਜਹਾਨ ਉਹਨਾਂ ਕੁਰਬਾਨੀਆਂ ਨੂੰ ਸਿਜਦਾ ਕਰਦਾ। ਲੇਕਿਨ ਤੁਸੀਂ ਲੋਕ ਬਿਜ਼ਨਸ ਕਰਦੇ ਆ, ਬਿਜ਼ਨਸ ਕੀਤਾ ਹੈ ਤੁਸੀਂ ਗੁਰੂਆਂ ਦੀ ਸੋਚ ਨੂੰ। ਗੁਰੂ ਗ੍ਰੰਥ ਸਾਹਿਬ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਆ, ਮੱਥਾ ਟੇਕਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਨਹੀਂ ਆ। ਅੱਜ ਤੁਸੀਂ ਵਿੱਕੀ ਥਾਮਸ ਦੇ ਉੱਤੇ ਉਂਗਲਾਂ ਚੁੱਕ ਰਹੇ ਆ, ਤੁਸੀਂ ਕਿੰਨਾ ਕੁ ਗੁਰੂ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਆ? ਤੁਸੀਂ ਪਿੰਡਾਂ ਦੇ ਵਿੱਚ ਜੋ ਗੁਰੂ ਦਾ ਸਿਧਾਂਤ ਲਾਗੂ ਹੋਣਾ ਚਾਹੀਦਾ ਸੀਗਾ, ਗੁਰੂਆਂ ਦਾ ਸਿਧਾਂਤ ਕਹਿੰਦੇ ਆ ਜੀ ਪੁਰਾਣੇ ਟਾਈਮ ਤੋਂ ਹੀ ਜਿਹੜੀਆਂ ਮੜੀਆਂ ਨੇ ਉਹ 2-2 ਨੇ, ਗੁਰਦੁਆਰੇ 4-4 ਨੇ। ਤੁਸੀਂ ਮੈਨੂੰ ਇਹ ਦੱਸੋ ਪੁਰਾਣਾ ਟਾਈਮ ਕਿੰਨਾ ਕੁ ਪੁਰਾਣਾ? ਵੀ ਬਾਬੇ ਨਾਨਕ ਤੋਂ ਪਹਿਲਾਂ ਦੇ ਗੁਰਦੁਆਰੇ ਸੀ। ਗੁਰਦੁਆਰਿਆਂ ਦੀ ਸਿੱਖੀ ਸਿਧਾਂਤਾਂ ਦੀ ਸ਼ੁਰੂਆਤ ਹੁੰਦੀ ਹੈ ਬਾਬੇ ਨਾਨਕ, ਬਾਬਾ ਫਰੀਦ ਜੀ ਤੋਂ। ਜਿੰਨੇ ਗੁਰਬਾਣੀ ਦੇ ਵਿੱਚ ਮਹਾਂਪੁਰਸ਼ ਨੇ, ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ 11ਵੀਂ ਸਦੀ ਦੇ ਵਿੱਚ ਬਾਬਾ ਫਰੀਦ ਜੀ ਆਉਂਦੇ ਨੇ, ਫਿਰ ਬਾਬਾ ਨਾਮਦੇਵ ਜੀ ਆਉਂਦੇ ਨੇ, ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਉਂਦੇ ਨੇ, ਫਿਰ ਸਤਿਗੁਰੂ ਕਬੀਰ ਸਾਹਿਬ ਜੀ ਆਉਂਦੇ ਨੇ, ਫਿਰ ਉਸ ਤੋਂ ਬਾਅਦ ਬਾਬਾ ਨਾਨਕ ਜੀ। ਤੁਸੀਂ ਜਿਹੜੀ ਸਿੱਖੀ ਸਿਧਾਂਤਾਂ ਦੀ ਸੋਚ ਹੈ, ਤੁਸੀਂ ਸਿਰਫ ਕਹਿੰਦੇ ਹੋ ਵੀ 10 ਗੁਰੂਆਂ ਤੱਕ ਆ, ਲੇਕਿਨ ਬਾਕੀ ਦੇ ਜਿਹੜੇ ਨੇ ਉਹ ਕੋਈ ਭਗਤ ਨੇ, ਉਹਨਾਂ ਨੂੰ ਤੁਸੀਂ ਕੋਈ ਤਰਜੀਹ ਨਹੀਂ ਦਿੰਦੇ। ਸੋ ਸਿੱਖੀ ਜਿਹੜੀ ਹੈ ਉਹ 11ਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ ਤੇ ਗੁਰਦੁਆਰੇ ਬਾਬਾ ਨਾਨਕ ਜੀ ਤੇ ਗੁਰੂ ਕਲਗੀਧਰ ਪਿਤਾ ਜੀ ਨੇ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਕਲਗੀਧਰ ਪਿਤਾ ਜਿਹੜੇ ਨੇ, ਉਹਨਾਂ ਨੇ ਸੰਗਤ, ਪੰਗਤ, ਬਾਟਾ, ਸਰੋਵਰ ਇੱਕ ਕਰ ਦਿੱਤਾ। ਜਦੋਂ ਹੁਣ 400-500 ਸਾਲ ਤੇ ਇਸ ਗੱਲ ਨੂੰ ਵੀ ਹੋ ਗਏ ਨੇ, ਲੇਕਿਨ ਗੁਰਦੁਆਰੇ ਜਿਹੜੇ ਹੁਣ ਪਿੰਡਾਂ ਦੇ ਵਿੱਚ 4-4 ਨੇ, ਇਹ ਗੁਰੂਆਂ ਦੇ ਪਹਿਲਾਂ ਨਹੀਂ ਬਣੇ, ਇਹ ਗੁਰੂਆਂ ਤੋਂ ਬਾਅਦ ਨੇ। ਗੁਰੂਆਂ ਨੇ ਇੱਕ ਕੀਤੇ ਸੀ, ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਜਾਤੀ ਵਿਤਕਰਾ ਵਿਪਰਵਾਦੀ ਸੋਚ ਆਪਣੇ ਮਨਾਂ 'ਚ ਰੱਖਦੇ ਹੋਏ, ਤਾਂ ਕਿ ਦੂਸਰਾ ਕੋਈ ਬੰਦਾ, ਚਾਹੇ ਮਜਬੀ ਸਿੱਖ ਨੇ, ਰਵਿਦਾਸੀਏ ਸਿੱਖ ਨੇ, ਸੁਨਿਆਰੇ ਸਿੱਖ ਨੇ, ਰਾਮਗੜੀਏ ਸਿੱਖ ਨੇ, ਕਿਤੇ ਇਹ ਸਿੱਖ ਬਣ ਕੇ ਕਿਤੇ ਵਿੱਚ ਰਲ ਕੇ ਸਿੱਖੀ ਪ੍ਰਫੁੱਲਤ ਨਾ ਹੋ ਜਾਵੇ। ਤੁਸੀਂ ਲੋਕਾਂ ਨੇ ਸਿੱਖੀ ਨੂੰ ਵਧਣ ਨਹੀਂ ਦਿੱਤਾ, ਵਧਣ ਫੁੱਲਣ ਨਹੀਂ ਦਿੱਤਾ, ਸਿੱਖੀ ਨੂੰ ਇੱਕ ਸੀਮਤ ਪੰਜਾਬ ਦੇ ਵਿੱਚ ਰੱਖ ਛੱਡਿਆ। ਤੁਸੀਂ ਨਹੀਂ ਚਾਹੁੰਦੇ ਕਿ ਸਿੱਖੀ ਜਿਹੜੀ ਆ ਉਹ ਮਹਾਰਾਸ਼ਟਰ ਦੇ ਵਿੱਚ ਵਿੱਕੀ ਥਾਮਸ ਵਰਗਾ ਖਾਲਸਾ ਬਣ ਕੇ ਮਹਾਰਾਸ਼ਟਰ ਦੇ ਲੋਕਾਂ ਤੱਕ ਪ੍ਰਚਾਰ ਕਰੇ, ਉਹ ਸਿੱਖੀ ਨੂੰ ਵਧਾਵੇ ਫੁਲਾਵੇ। ਸਿੱਖੀ ਜਿਹੜੀ ਆ ਗੁਜਰਾਤ ਦੇ ਵਿੱਚ ਵੀ ਫੈਲੇ, ਯੂਪੀ ਦੇ ਵਿੱਚ ਵੀ ਵਧੇ ਫੁੱਲੇ, ਅਸਾਮ 'ਚ ਵੀ ਵਧੇ ਫੁੱਲੇ, ਪੂਰੇ ਭਾਰਤ ਦੇ ਵਿੱਚ ਵਧੇ ਫੁੱਲੇ, ਪੂਰੇ ਵਿਸ਼ਵ ਦੇ ਵਿੱਚ ਵਧੇ ਫੁੱਲੇ। ਲੇਕਿਨ ਧਰਮ ਦੇ ਠੇਕੇਦਾਰੋ, ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਬੈਠੇ ਹੋਏ ਧਰਮ ਦੇ ਠੇਕੇਦਾਰੋ, ਤੁਸੀਂ ਇੱਕੋ ਕਮਿਊਨਿਟੀ ਜਿਹੜੀ ਆ ਉਹ ਸੋਚਦੀ ਆ ਵੀ ਅਸੀਂ ਦੁੱਧ ਧੋਤੇ ਆ, ਅਸੀਂ ਸਵਰਨੇ ਆ, ਅਸੀਂ ਜਰਨਲ ਆ। ਜਰਨਲ ਜਿਹੜੀ ਹੁੰਦੀ ਨਾ, ਕਦੀ ਰੇਲ ਗੱਡੀ ਦੇ ਜਰਨਲ ਡੱਬੇ ਦੀ ਹਾਲਾਤ ਦੇਖਿਓ। ਜਰਨਲ ਜਿਹੜਾ ਡੱਬਾ ਹੁੰਦਾ ਆ, ਉਹਦੇ ਵਿੱਚ ਕਦੀ ਵੀ ਕੋਈ ਆਮ ਵਿਅਕਤੀ ਜਿਹੜਾ ਆ ਉਹਦੇ ਵਿੱਚ ਸਫ਼ਰ ਨਹੀਂ ਕਰ ਸਕਦਾ। ਉਹਦੇ ਵਿੱਚ ਬਹੁਤ ਮਜਬੂਰ ਲੋਕ ਨੇ, ਜਿਹੜੇ ਟਿਕਟ ਵੀ ਨਹੀਂ ਕਈ ਵਾਰੀ ਲੈ ਸਕਦੇ ਹੁੰਦੇ, ਉਹੀ ਸਫ਼ਰ ਕਰਦੇ ਆ। ਤੇ ਵੈਲਿਊ ਕਿਹਦੀ ਹੁੰਦੀ ਆ? ਏਸੀ ਡੱਬੇ ਦੀ। ਇਸ ਕਰਕੇ ਆਪਣੇ ਆਪ ਨੂੰ ਜਿਹੜੇ ਪੰਜਾਬ ਦੇ ਵਿੱਚ ਸਿਰ ਤੇ ਪੱਗਾਂ ਬੰਨ੍ਹ ਕੇ ਤੇ ਆਪਣੇ ਆਪ ਨੂੰ ਜਰਨਲ ਕਹਾਉਂਦੇ ਆ, ਜਰਨਲ ਨਹੀਂ ਸ਼ੂਦਰ ਆ ਤੁਸੀਂ, ਔਰ ਸ਼ੂਦਰ ਹੀ ਰਹਿਣਾ। ਵਿਪਰ ਦੀ ਨਜ਼ਰ ਦੇ ਵਿੱਚ ਤੁਸੀਂ ਸ਼ੂਦਰ ਹੀ ਰਹਿਣਾ ਆ। ਇਸ ਕਰਕੇ ਤੁਸੀਂ ਸਿੱਖੀ ਨੂੰ
ਵਧਣ ਫੁੱਲਣ ਨਹੀਂ ਦੇ ਰਹੇ ਆ, ਤੁਸੀਂ ਗੁਰੂਆਂ ਦੇ ਸਿਧਾਂਤ ਵਧਣ ਫੁੱਲਣ ਨਹੀਂ ਦੇ ਰਹੇ ਆ, ਤੁਸੀਂ ਗੁਰੂਆਂ ਦੇ ਸਿਧਾਂਤ ਲਾਗੂ ਨਹੀਂ ਕਰਨ ਦੇਣਾ ਚਾਹੁੰਦੇ, ਜਿਹਦੀ ਵਜ੍ਹਾ ਕਰਕੇ ਤੁਹਾਨੂੰ ਕੋਈ ਵੀ ਬੰਦਾ ਜੇ ਅਖੌਤੀ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ, ਛੋਟੀਆਂ ਜਾਤਾਂ ਤੇ ਕਿਹਾ ਜਾਂਦਾ, ਜੇ ਉਹ ਸਿੱਖ ਬਣਨ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਕਹਿ ਦਿੰਦੇ ਆ ਜੀ ਸਿੱਖੀ ਦੇ ਵਿੱਚ ਚੂੜੇ ਚਮਾਰ ਸ਼ਾਮਲ ਹੋ ਗਿਆ। ਤੁਹਾਨੂੰ ਸਿੱਖ ਨਹੀਂ ਨਜ਼ਰ ਆਉਂਦਾ, ਤੁਹਾਨੂੰ ਉਹਨਾਂ ਦੀਆਂ ਜਾਤਾਂ ਨਜ਼ਰ ਆਉਂਦੀਆਂ ਆ। ਜਿਹੜੇ ਲੋਕ ਵੀ ਸਿੱਖੀ ਦੇ ਵਿੱਚ ਆਉਂਦੇ ਨੇ, ਚਾਹੇ ਉਹ ਸਾਡੇ ਅਰੋੜੇ ਸਿੱਖ ਹੋਣ, ਚਾਹੇ ਉਹ ਰਾਮਗੜੀਏ ਸਿੱਖ ਹੋਣ, ਚਾਹੇ ਉਹ ਸੁਨਿਆਰੇ ਸਿੱਖ ਹੋਣ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਆ ਮੇਰੇ ਵੀਰੋ ਕਿ ਜਦੋਂ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਰਬਾਰ ਸਾਹਿਬ ਜਾਂਦੇ ਆ ਤੇ ਆਪਣੀ ਇੱਛਾ ਜ਼ਾਹਿਰ ਕਰਦੇ ਆ, ਉੱਥੇ ACS ਇੱਕ ਆਫੀਸਰ ਸੀ ਕਪੂਰ ਸਿੰਘ, ਉਹਨਾਂ ਨੇ ਸਾਚੀ ਸਾਖੀ ਇੱਕ ਕਿਤਾਬ ਲਿਖੀ ਆ। ਸਾਚੀ ਸਾਖੀ ਕਿਤਾਬ ਉਹ ਗਵਾਹ ਆ ਇਸ ਗੱਲ ਦੀ ਕਿ ਡਾਕਟਰ ਅੰਬੇਡਕਰ ਦੇ ਨਾਲ ਸਿੱਖਾਂ ਨੇ ਵਿਤਕਰਾ ਕੀਤਾ। ਵੈਸੇ ਅਖੌਤੀ ਸਿੱਖਾਂ ਦੀ ਕੋਈ ਔਕਾਤ ਨਹੀਂ ਹੈ। ਡਾਕਟਰ ਅੰਬੇਡਕਰ ਅਜੇ ਸਿੱਖ ਬਣੇ ਨਹੀਂ ਸੀ। ਜੇ ਸਿੱਖ ਬਣਦੇ ਤਾਂ ਵਿਤਕਰਾ ਤਾਂ ਹੁੰਦਾ। ਡਾਕਟਰ ਅੰਬੇਡਕਰ ਇੱਕ ਏਡੀ ਵੱਡੀ ਸ਼ਖਸੀਅਤ ਜਿਨ੍ਹਾਂ ਕੋਲ ਇੰਨੀਆਂ ਕਿ ਡਿਗਰੀਆਂ ਕਿ ਇਹ ਲੋਕ 7 ਜਨਮ ਦੇ ਵਿੱਚ ਵੀ ਨਹੀਂ ਉਹ ਡਿਗਰੀਆਂ ਲੈ ਸਕਦੇ। ਡਾਕਟਰ ਅੰਬੇਡਕਰ ਜੀ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕੀਤਾ ਆ, ਮੈਂ ਬਹੁਤ ਪ੍ਰਭਾਵਿਤ ਹੋਇਆ ਆ, ਮੈਂ ਔਰ ਮੇਰੇ ਫਾਲੋਅਰ ਜਿਹੜੇ ਨੇ ਉਹ ਸਿੱਖ ਬਣਨਾ ਚਾਹੁੰਦੇ ਨੇ, ਸਾਡੀ ਇੱਛਾ ਹੈ ਕਿ ਅਸੀਂ ਸਿੱਖ ਬਣ ਜਾਈਏ। ਲੇਕਿਨ ਧਰਮ ਦੇ ਠੇਕੇਦਾਰ ਮਾਸਟਰ ਤਾਰਾ ਸਿੰਘ ਵਰਗੇ, ਹਰਨਾਮ ਡੱਲੇ ਵਰਗੇ ਤੇ ਹੋਰ ਜਿਹੜੇ ਵਿਪਰਵਾਦੀ ਜ਼ਬਰਦਸਤੀ ਸਿਰ ਦੇ ਵਿੱਚ ਪੱਗਾਂ ਫਸਾ ਕੇ ਉੱਥੇ ਬੈਠੇ ਹੋਏ ਸੀ ਧਰਮ ਦੇ ਠੇਕੇਦਾਰ, ਉਹਨਾਂ ਨੇ ਸਿੱਖੀ ਨੂੰ ਵਧਣ ਫੁੱਲਣ ਨਹੀਂ ਦਿੱਤਾ। ਨਹੀਂ ਤਾਂ ਡਾਕਟਰ ਅੰਬੇਡਕਰ ਜੀ ਦੇ ਫਾਲੋਅਰ ਜਿਨ੍ਹਾਂ ਦੀ ਗਿਣਤੀ ਕਰੋੜਾਂ 'ਚ ਸੀ, ਅੱਜ ਉਹ ਵੀ ਸਿੱਖ ਹੁੰਦੇ ਔਰ ਸਿੱਖੀ ਪੂਰੇ ਵਿਸ਼ਵ ਦੇ ਵਿੱਚ ਫੈਲਦੀ, ਸਿੱਖੀ ਨਾਲ ਲੋਕ ਜੁੜਦੇ। ਅੱਜ ਇਹ ਲੋਕ ਜਿਹੜੀਆਂ ਹਰਕਤਾਂ ਕਰਦੇ ਆ ਉਹ ਸਿਰਫ ਸਿੱਖੀ ਨਾਲੋਂ ਤੋੜਨ ਵਾਲੀਆਂ ਹਰਕਤਾਂ ਨੇ। ਸੋ ਮੇਰੇ ਵੀਰੋ, ਡਾਕਟਰ ਅੰਬੇਡਕਰ ਸਾਹਿਬ ਜੀ ਨੂੰ ਕੋਈ ਉਹਨਾਂ ਨਾਲ ਵਿਤਕਰਾ ਨਹੀਂ ਕਰ ਸਕਦਾ ਸੀ, ਕਿਉਂਕਿ ਉਹਨਾਂ ਨਾਲ ਵਿਤਕਰਾ ਕਰਨ ਦੀ ਗੱਲ ਇਸ ਤਰ੍ਹਾਂ ਆ ਜਿੱਦਾਂ ਇੱਕ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ। ਡਾਕਟਰ ਅੰਬੇਡਕਰ ਜੀ ਜਿਹੜੇ ਐਡੀ ਵੱਡੀ ਮਹਾਨ ਸ਼ਖਸੀਅਤ ਸਨ, ਇੰਨੀਆਂ ਡਿਗਰੀਆਂ ਸਨ ਉਹਨਾਂ ਦੇ ਕੋਲ, ਉਹਨਾਂ ਨਾਲ ਇਹਨਾਂ 2% ਦੇ ਅਖੌਤੀ ਸਿੱਖਾਂ ਇਹਨਾਂ ਦੀ ਕੀ ਔਕਾਤ ਸੀਗੀ? ਮਾਸਟਰ ਤਾਰਾ ਸਿੰਘ ਵਰਗੇ ਔਰ ਹਰਨਾਮ ਡੱਲੇ ਵਰਗੇ ਜਿਹੜੇ ਵਿਪਰਵਾਦੀ ਸੋਚ ਲੈ ਕੇ ਬੈਠੇ ਹੋਏ ਸੀਗੇ ਗੁਰੂਆਂ ਦੇ ਸਿਧਾਂਤਾਂ ਦੇ ਉਲਟ ਜਾ ਕੇ, ਇਹਨਾਂ ਦੀ ਕੀ ਔਕਾਤ ਸੀਗੀ ਕਿ ਇਹ ਡਾਕਟਰ ਅੰਬੇਡਕਰ ਸਾਹਿਬ ਦੇ ਨਾਲ ਵਿਤਕਰਾ ਕਰ ਜਾਂਦੇ? ਸੋ ਮੇਰੇ ਵੀਰੋ, ਇਹ ਲੋਕ ਆਪਣੀ ਸੁਵਿਧਾ ਦੇ ਅਨੁਸਾਰ ਇੱਕ ਮੱਲ ਸਿੰਘ ਆ, ਅਨਪੜ੍ਹ ਬੰਦਾ ਮੱਲ ਸਿੰਘ, ਉਹਦੀਆਂ ਕਿਤਾਬਾਂ ਰਿਲੀਜ਼ ਕਰਾਉਂਦੇ ਆ ਕਿ ਡਾਕਟਰ ਅੰਬੇਡਕਰ ਨਾਲ ਕੋਈ ਵਿਤਕਰਾ ਨਹੀਂ ਹੋਇਆ। ACS ਕਪੂਰ ਸਿੰਘ ਉਹ ਸਾਚੀ ਸਾਖੀ ਲਿਖਦੇ ਆ ਕਿ ਡਾਕਟਰ ਅੰਬੇਡਕਰ ਨਾਲ ਇਹਨਾਂ ਅਖੌਤੀ ਸਿੱਖਾਂ ਨੇ ਦਰਬਾਰ ਸਾਹਿਬ ਦੇ ਵਿੱਚ ਵਿਤਕਰਾ ਕੀਤਾ। ਰਾਈਟ, ਇਹ ਡਾਕਟਰ ਅੰਬੇਡਕਰ ਨੇ ਜੀ ਨੇ ਨਹੀਂ ਆਪਣੇ ਮੂੰਹੋਂ ਕਦੀ ਕਿਹਾ, ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੇਰੇ ਨਾਲ ਵਿਤਕਰਾ ਹੋਇਆ। ਇੱਕ ACS ਕਪੂਰ ਸਿੰਘ ਜੋ ਇੱਕ ਅਫਸਰ ਸੀ ਉਸ ਟਾਈਮ ਦੇ ਦੌਰਾਨ, ਉਹਨਾਂ ਨੇ ਸੱਚੀ ਸਾਖੀ ਲਿਖੀ ਹੈ, ਜੋ ਉਹਨਾਂ ਨੇ ਅਬਜ਼ਰਵ ਕੀਤਾ ਕਿ ਇਹਨਾਂ ਨੇ ਵਿਤਕਰਾ ਕੀਤਾ। ਅੱਜ ਉਹੀ ਕੰਮ ਡਾਕਟਰ ਅੰਬੇਡਕਰ ਸਾਹਿਬ ਵੀ ਮਹਾਰਾਸ਼ਟਰ ਤੋਂ ਆਏ ਸੀ, ਉਹਨਾਂ ਨੇ ਸਿੱਖ ਬਣਨ ਦੀ ਇੱਛਾ ਜ਼ਾਹਿਰ ਕੀਤੀ, ਲੇਕਿਨ ਉਹਨਾਂ ਨੇ ਜਦੋਂ ਇਹਨਾਂ ਦੀ ਔਕਾਤ ਦੇਖੀ ਤੇ ਉਹਨਾਂ ਨੇ ਆਪਣੀ ਇੱਛਾ ਨੂੰ ਵਿੱਚੇ ਹੀ ਮਾਰ ਦਿੱਤਾ। ਹੁਣ ਅੱਜ ਵਿੱਕੀ ਥਾਮਸ ਜੋ ਮਹਾਰਾਸ਼ਟਰ ਤੋਂ ਮੁੰਬਈ ਤੋਂ ਆਇਆ, ਉਹ ਬੇਸ਼ੱਕ ਅਲੱਗ-ਅਲੱਗ ਧਰਮਾਂ ਦੇ ਵਿੱਚ ਜਾ ਕੇ ਉਹਨੇ ਦੇਖਿਆ, ਲੇਕਿਨ ਐਂਡ ਦੇ ਉੱਤੇ ਜਿੱਥੇ ਉਹਦਾ ਮਨ ਟਿਕਿਆ ਉਹ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਦੀ ਵਿਚਾਰਧਾਰਾ, ਸੰਗਤ ਪੰਗਤ ਬਾਟਾ ਸਰੋਵਰ ਇੱਕ ਕਰਕੇ ਜਿੱਥੇ ਉਹ ਮਾਨਵਤਾ ਦੀ ਹੱਕਾਂ ਦੀ ਗੱਲ ਕਰਦੇ ਨੇ, ਬਰਾਬਰਤਾ ਦੀ ਗੱਲ ਕਰਦੇ ਨੇ, ਜਾਤ ਪਾਤ ਰਹਿਤ ਸਮਾਜ ਸਿਰਜਣ ਦੀ ਗੱਲ ਕਰਦੇ ਨੇ। ਉਹ ਜਦੋਂ ਵਿਚਾਰਧਾਰਾ ਵਿੱਕੀ ਥਾਮਸ ਨੂੰ ਪਤਾ ਲੱਗਦੀ ਆ, ਜਿਹੜਾ ਕ੍ਰਿਸਚਨ ਹੋ ਕੇ ਸਿੱਖ ਬਣ ਗਿਆ, ਲੇਕਿਨ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ, ਜੱਟਾਂ ਨੂੰ, ਕੜਮ ਚੌਧਰੀਆਂ ਨੂੰ ਇਹਨਾਂ ਨੂੰ ਰਾਸ ਨਹੀਂ ਆਇਆ ਵੀ ਵਿੱਕੀ ਥਾਮਸ ਜਿਹੜਾ ਵਿੱਕੀ ਸਿੰਘ ਖਾਲਸਾ ਬਣ ਗਿਆ, ਉਹ ਕੱਲ ਨੂੰ ਸਾਡੇ ਤੋਂ ਕਿਤੇ ਸਵਾਲ ਨਾ ਪੁੱਛ ਲਵੇ, ਸਾਡੇ ਕੋਲੋਂ ਗੋਲਕ ਦਾ ਹਿਸਾਬ ਨਾ ਮੰਗ ਲਵੇ, ਸਾਡੇ ਕੋਲੋਂ ਗੁਰੂ ਮਹਾਰਾਜ ਜੀ ਦੇ ਸਰੂਪਾਂ ਦਾ ਹਿਸਾਬ ਨਾ ਮੰਗ ਲਵੇ, ਕਿਉਂਕਿ ਹੈ ਉਹ ਥੋੜਾ ਜਿਹਾ ਸਣਕਿਆ ਹੋਇਆ। ਏਦਾਂ ਦਾ ਬੰਦਾ ਚਾਹੀਦਾ। ਅੱਜ ਸਾਡੇ ਆਮ ਲੋਕ ਜਿਨ੍ਹਾਂ ਦੀਆਂ ਜਾਤਾਂ ਪਰਖ ਕੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ, ਉਹਨਾਂ ਨੂੰ ਵੀ ਗਾਲਾਂ ਕੱਢੀਆਂ ਜਾਂਦੀਆਂ, ਲੇਕਿਨ ਮੈਂ ਇੱਕ ਆਮ ਵਿਅਕਤੀ ਜਿਹੜਾ ਉਸੇ ਕੈਟੇਗਰੀ ਦੇ ਵਿੱਚੋਂ ਜਿਹਨੂੰ ਅਖੌਤੀ ਨੀਵੀਆਂ ਜਾਤਾਂ ਕਿਹਾ ਜਾਂਦਾ, ਲੇਕਿਨ ਉਹ ਮਾਰਸ਼ਲ ਕੌਮਾਂ ਨੇ, ਮੈਂ ਉਹਦੇ ਚੋਂ ਨਿਕਲ ਕੇ ਪੜ੍ਹ ਲਿਖ ਕੇ ਕਲਮ ਦੀ ਬਦੌਲਤ ਆਜ਼ਾਦ ਹੋਇਆ। ਇਹ ਕਹਿੰਦਾ ਅੰਮ੍ਰਿਤਪਾਲ ਵਰਗਾ ਕਹਿੰਦਾ ਕਿ ਕਲਮ ਜਿਹੜੀ ਆ ਬੰਦੇ ਨੂੰ ਕਮਜ਼ੋਰ ਕਰਦੀ ਹੈ, ਇਸ ਕਰਕੇ ਹਥਿਆਰ ਰੱਖੋ। ਮੇਰੇ ਕੋਲ ਹਥਿਆਰ ਆ, ਪਰ ਮੈਨੂੰ ਤਲਵਾਰ ਦੀ ਜ਼ਰੂਰਤ ਨਹੀਂ ਹੈ, ਮੈਨੂੰ ਕਿਰਪਾਨ ਦੀ ਜ਼ਰੂਰਤ ਨਹੀਂ ਆ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਦੀ ਓਟ ਆਸਰੇ ਦੀ ਜ਼ਰੂਰਤ ਆ
ਤੇ ਮੈਨੂੰ ਮੇਰੇ ਕੋਲ ਜੇ ਅਸਲਾ ਆ ਤੇ ਉਹ ਅੱਜ ਦੀ ਜੋ ਲੋੜ ਆ ਸਮੇਂ ਦੀ ਲੋੜ ਆ ਅਸਲਾ ਉਹ ਭਾਰਤ ਦਾ ਸੰਵਿਧਾਨ ਮੈਨੂੰ ਇਜਾਜ਼ਤ ਦਿੰਦਾ ਆ ਮੈਂ ਉਹ ਰੱਖੂੰਗਾ ਔਰ ਕਲਮ ਦੀ ਤਾਕਤ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਕਹਿੰਦੇ ਸੀ ਸਿੱਖਿਆ ਸ਼ੇਰਨੀ ਦਾ ਦੁੱਧ ਆ ਜਿਹੜਾ ਪੀਊਗਾ ਉਹ ਦਹਾੜੂਗਾ ਆ ਦਹਾੜਦਾ ਮੈਨੂੰ ਮਰਵਾਉਣ ਦੇ ਲਈ ਮੇਰੀ ਮੌਬ ਲਿੰਚਿੰਗ ਕਰਾਉਣ ਦੇ ਲਈ ਮੈਂ ਆਰਟੀਕਲ 25 ਦੇ ਬਾਰੇ ਖੁਲਾਸੇ ਕੀਤੇ ਤੇ ਮੈਨੂੰ ਉਹ ਲੀਡਰਾਂ ਨੇ ਧਮਕੀਆਂ ਦਿੱਤੀਆਂ ਹਰ ਪੱਖੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਪੈਸਿਆਂ ਦਾ ਲਾਲਚ ਦਿੱਤਾ ਕਰੋੜਾਂ ਦਾ ਲਾਲਚ ਦਿੱਤਾ ਖਰੀਦਣ ਦੀ ਕੋਸ਼ਿਸ਼ ਕੀਤੀ ਕਿ ਤੂੰ ਆਰਟੀਕਲ 25 ਦੇ ਬਾਰੇ ਬੋਲਣਾ ਬੰਦ ਕਰ ਦੇ ਕਿਉਂਕਿ ਇਹਨਾਂ ਨੇ ਸਿੱਖਾਂ ਦੇ ਬੱਚਿਆਂ ਨੂੰ ਘੱਟ ਜ਼ਮੀਨਾਂ ਵਾਲੇ ਬੇਜ਼ਮੀਨੇ ਜੱਟਾਂ ਦੇ ਭੋਲੇ ਭਾਲੇ ਮੁੰਡਿਆਂ ਨੂੰ ਧਰਮ ਦੀ ਆੜ ਚ ਭੜਕਾਇਆ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾਂਦਾ ਆ ਜਿਹਦੇ ਕਰਕੇ ਉਹ ਨੌਜਵਾਨ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਸੀ ਉਹ ਭੜਕ ਕੇ 84 ਚ ਵੀ ਉਹ ਮਾਰੇ ਗਏ ਗਰੀਬ ਕਿਸਾਨਾਂ ਦੇ ਘੱਟ ਜ਼ਮੀਨਾਂ ਵਾਲੇ ਬੇਜ਼ਮੀਨੇ ਵਾਲੇ ਜੱਟਾਂ ਦੇ ਪੁੱਤ ਉਦੋਂ ਵੀ ਮਾਰੇ ਗਏ ਤੇ ਅੱਜ ਵੀ ਮਾਰੇ ਜਾਣੇ ਆ ਇਸ ਕਰਕੇ ਅਸੀਂ ਆਪਣੇ ਗਰੀਬ ਕਿਸਾਨਾਂ ਨੂੰ ਘੱਟ ਜ਼ਮੀਨਾਂ ਵਾਲੇ ਬੇਜ਼ਮੀਨੇ ਮੈਂ ਆਪਣੇ ਜੱਟ ਭਰਾਵਾਂ ਨੂੰ ਬੇਨਤੀ ਕਰੂੰਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੋ ਵਿਚਾਰਧਾਰਾ ਤੇ ਚੱਲੋ ਤੁਸੀਂ ਆਪਣੀ ਧੌਣ 'ਚ ਜਾਤ ਵਾਲਾ ਕਿੱਲਾ ਨਾ ਰੱਖਿਓ ਗੁਰਬਾਣੀ ਦੀ ਦਾਤਰੀ ਨਾਲ ਜਾਤ ਵਾਲੀ ਪੂਛ ਵੜ ਦਿਓ ਮੇਰੇ ਵੀਰੋ ਘੱਟ ਜ਼ਮੀਨਾਂ ਵਾਲੇ ਬੇਜ਼ਮੀਨੇ ਜੱਟ ਭਰਾਵਾਂ ਨੂੰ ਬੇਨਤੀਆਂ ਨੇ ਕਿ ਤੁਸੀਂ ਵੀ ਇਹਨਾਂ ਦੇ ਮਗਰ ਨਾ ਲੱਗਿਓ ਆਪਣੇ ਧੀਆਂ ਪੁੱਤਾਂ ਨੂੰ ਜਾਗਰੂਕ ਕਰੋ ਕਿ ਕਿਤੇ 84 ਚ ਵੀ ਤੁਹਾਡੇ ਹੀ ਭੋਲੇ ਭਾਲੇ ਪੁੱਤ ਮਰਵਾਏ ਗਏ ਸੀ ਧਰਮ ਦੀ ਢਾਲ ਬਣਾ ਕੇ ਤੁਹਾਨੂੰ ਭੜਕਾ ਦਿੱਤਾ ਜਾਂਦਾ ਆ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾਂਦਾ ਆ ਸਿੱਖਾਂ ਨੂੰ ਕਿਤੇ ਵੀ ਕੇਸਾਧਾਰੀ ਹਿੰਦੂ ਨਹੀਂ ਲਿਖਿਆ ਵੀਰੋ ਅਸੀਂ ਵੀ ਸਿੱਖ ਆ ਮੈਂ ਵੀ ਇੱਕ ਸਿੱਖ ਆ ਸਿੱਖ ਆਜ਼ਾਦ ਕੌਮ ਆ ਕੋਈ ਗੁਲਾਮ ਨਹੀਂ ਹੈਗੀ ਇਹ ਸਿਰਫ ਤੁਹਾਡੇ ਮਨਾਂ ਦੇ ਵਿੱਚ ਪਾਇਆ ਜਾਂਦਾ ਆ ਕਿ ਸਿੱਖ ਗੁਲਾਮ ਕੌਮ ਆ ਮੈਂ ਆਪਣੇ ਤਿਰੰਗੇ ਨੂੰ ਸਲੂਟ ਕਰਦਾ ਆ ਭਾਰਤ ਦੇ ਸੰਵਿਧਾਨ ਨੂੰ ਸਲੂਟ ਕਰਦਾ ਆ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਸਲੂਟ ਕਰਦਾ ਆ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਕਰੋੜਾਂ ਸਿਜਦੇ ਕਰਦਾ ਆ ਮੇਰੇ ਵੀਰੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਾਗਰੂਕ ਕਰੋ ਮੰਡਲ ਕਮਿਸ਼ਨ ਦੀ ਜਾਣਕਾਰੀ ਲਵੋ ਮੰਡਲ ਕਮਿਸ਼ਨ 'ਚ ਤੁਹਾਡੇ ਅਧਿਕਾਰ ਲਿਖੇ ਨੇ ਅਸੀਂ ਮਜ਼ਦੂਰਾਂ ਦੇ ਪੁੱਤ ਲੂਣ ਮਿਰਚਾਂ ਪਾਣੀ 'ਚ ਘੋਲ ਕੇ ਅਸੀਂ ਰੋਟੀਆਂ ਖਾਧੀਆਂ ਅਸੀਂ ਭੱਠਿਆਂ ਤੇ ਕੰਮ ਕੀਤਾ ਖੇਤਾਂ 'ਚ ਕੰਮ ਕੀਤਾ ਲੇਕਿਨ ਪੜ੍ਹ ਲਿਖ ਕੇ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਦੀ ਬਦੌਲਤ ਪੜ੍ਹ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਫਰਮਾਨ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਉਹਦੇ ਸਿਧਾਂਤਾਂ ਨੂੰ ਮੰਨਦੇ ਹੋਏ ਅਸੀਂ ਗਰੀਬਾਂ ਦੇ ਪੁੱਤ ਪਾਣੀਆਂ ਦੇ ਵਿੱਚ ਲੂਣ ਮਿਰਚਾਂ ਘੋਲ ਕੇ ਪੜ੍ਹ ਕੇ ਡਾਕਟਰ ਬਣੇ ਵੱਡੇ ਅਹੁਦਿਆਂ ਦੇ ਉੱਤੇ ਪਹੁੰਚੇ ਆ ਵੀਰਿਓ ਕਲਮ ਤੁਹਾਨੂੰ ਕਮਜ਼ੋਰ ਨਹੀਂ ਕਰਦੀ ਵਿਦਿਆ ਤੁਹਾਨੂੰ ਕਮਜ਼ੋਰ ਨਹੀਂ ਕਰਦੀ ਗੁਰਬਾਣੀ ਦਾ ਸਿਧਾਂਤ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੁਣ ਤੁਸੀਂ ਮੈਨੂੰ ਦੱਸੋ ਅੰਮ੍ਰਿਤਪਾਲ ਕਹਿੰਦਾ ਹੈ ਕਿ ਪੜ੍ਹਾਈ ਤੁਹਾਨੂੰ ਕਮਜ਼ੋਰ ਕਰਦੀ ਆ ਕਲਮ ਤੁਹਾਨੂੰ ਕਮਜ਼ੋਰ ਕਰਦੀ ਆ ਹੁਣ ਤੁਸੀਂ ਮੈਨੂੰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਹੋ ਗਿਆ क्या अमृतपाल या मंत्री बाजे के वर्गे अनपढ़ बूट क्या ये लोग गुरु ग्रंथ साहब जी नालों वड्डे हो गए गुरु ग्रंथ साहब जी सानू कह रहे ने कि विद्या विचारी तो परोपकारी असी गुरु ग्रंथ साहब जी दी मननी है असी इदां दे अमृतपाल वर्गे अनपढ़ लोकां दी नहीं मननी जिहड़े कहंदे आ कि पढ़ाई तुहानू कमजोर करदी है ते तुसी तलवार किरपान रखो किरपान अज सानू पंजाब दे विच आपस विच भरावां नू आपस में एक दूजे के खिलाफ किरपाना चुकन की लोड़ पै जूगी मैनू तुसीं दसो क्या सानू देश दे विच आपस दे विच किरपाना चुकन दे लई क्या गुरु साहब जी ने आपस च किरपाना चुकन की गल कीती है गुरु साहब जी ने कहा कौम देश की राखी दे लई धीआं भैणां दी राखी गऊ गरीब की राखी वास्ते किरपान चुकनी आ गुरु साहब जी ने इस करके कहा सी क्योंकि बाहरले धारवी अड़ के साडे ते अटैक करदे सी सानू गुलाम बनाउंदे सीगे अज सानू कोई गुलाम नहीं बनाउंदा अज हर व्यक्ति आजाद आ ਭਾਰਤ ਦੇ ਵਿੱਚ ਚਾਹੇ ਅਸੀਂ ਫੌਜ ਦੀ ਗੱਲ ਕਰੀਏ ਸਿੱਖ ਉੱਥੇ ਵੀ ਆਜ਼ਾਦ ਨੇ ਭਾਰਤ ਦੇ ਵਿੱਚ ਹਰ ਪਾਸੇ ਚਾਹੇ ਡਰਾਈਵਰਾਂ ਦੀ ਗੱਲ ਕਰੀਏ ਹਰ ਬੰਦਾ ਯੂਪੀ ਬਿਹਾਰ ਗੁਜਰਾਤ ਟਰੱਕ ਲਈ ਫਿਰਦਾ ਆ ਆਜ਼ਾਦ ਆ ਆਪਾਂ ਕੋਈ ਇਦਾਂ ਦੀ ਗੱਲ ਨਹੀਂ ਹੈ ਦਿੱਲੀ ਦੇ ਵਿੱਚ ਵੀ ਆਜ਼ਾਦ ਆ ਦਿੱਲੀ ਵਾਲਿਆਂ ਨੇ ਆਨੰਦ ਮੈਰਿਜ ਐਕਟ ਲਾਗੂ ਕਰਵਾ ਲਿਆ ਦਿੱਲੀ ਦੇ ਸਿੱਖਾਂ ਨੇ ਆਨੰਦ ਮੈਰਿਜ ਐਕਟ ਲਾਗੂ ਕਰਵਾ ਲਿਆ गुजरात वाले कराउण जा रहे हैं राजस्थान वाले कराउण जा रहे हैं हरियाणा वाले कराउण जा रहे हैं पंजाब के गद्दार सिख क्यों नहीं आनंद मैरिज एक्ट लागू करवा रहे मेरे वीरो क्योंकि समझो इत्थे इन्हां दी गद्दारी समझो सिखां दे गद्दार लीडर बादल कैप्टन वर्गे जिहड़े जट कम्युनिटी नाल संबंध रखते हैं ये RSS की झोली च पै के ये सिक्खी नूं बदल फुलन नहीं देना चाहुंदे एक इन्हां ने शैतान एक बंदा रखा होया आ बलात्कारी बाबा
ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਪੜਵਾਉਂਦੇ ਆ, ਆਪਣੀ ਸੁਵਿਧਾ ਦੇ ਅਨੁਸਾਰ ਪੜਵਾਉਂਦੇ ਆ, ਆਪਣੀ ਸੁਵਿਧਾ ਦੇ ਅਨੁਸਾਰ ਪੰਜਾਬ ਦੇ ਵਿੱਚ ਲਾਲਾ ਲਾਲਾ ਕਰਾ ਕੇ ਤੁਹਾਨੂੰ ਅੱਗੇ ਵਧਣ ਫੁੱਲਣ ਦੀ ਬਜਾਏ, ਪੰਜਾਬ ਨੂੰ ਅੱਗੇ ਵਧਣ ਫੁਲਾਉਣ ਦੀ ਬਜਾਏ ਇਹ ਲੋਕ, ਇਹਨਾਂ ਨੇ ਇੱਕ ਬੰਦਾ ਸ਼ੈਤਾਨ ਰੱਖਿਆ। ਤੁਸੀਂ ਦੇਖੋ ਵੀ ਹੋਰ ਕਿਸੇ ਕੈਦੀ ਨੂੰ ਅੱਜ ਤੱਕ ਪਰੋਲ ਨਹੀਂ ਮਿਲੀ, ਲੇਕਿਨ ਬਲਾਤਕਾਰੀ ਨੂੰ 3-3 ਵਾਰੀ ਪਰੋਲ ਮਿਲਦੀ ਆ, ਉਹ 3-3 ਵਾਰੀ ਛੁੱਟ ਕੇ ਆ ਜਾਂਦਾ ਆ। ਕਿਉਂ? ਤੁਸੀਂ ਸੋਚ ਨਹੀਂ ਸਕਦੇ। ਆਸਾਰਾਮ ਬਾਪੂ ਇੱਕ, ਉਹਨੂੰ ਨਹੀਂ ਪਰੋਲ ਮਿਲੀ, ਲੇਕਿਨ ਬਲਾਤਕਾਰੀ ਨੂੰ ਮਿਲੀ ਆ, ਕਿਉਂਕਿ ਇਹਨਾਂ ਨੇ ਇੱਕ ਬੰਦਾ ਰੱਖਿਆ ਆ। ਜਦੋਂ ਦਿਲ ਕਰਦਾ ਪੰਜਾਬ 'ਚ ਉਥਲ ਪੁਥਲ ਮਚਾਉਣੀ ਆ, ਉਦੋਂ ਇਹ ਗੁਰੂ ਗ੍ਰੰਥ ਸਾਹਿਬ ਪੜਵਾਉਣ ਵਾਸਤੇ ਇਹਨਾਂ ਨੇ ਬਲਾਤਕਾਰੀ ਸਰਸੇ ਵਾਲਾ ਰੱਖਿਆ ਹੋਇਆ। ਸੋ ਇਹ ਕੌਣ ਨੇ? ਸਰਸੇ ਵਾਲਾ ਵੀ ਜੱਟ, ਬਾਦਲ ਵੀ ਜੱਟ, ਕੈਪਟਨ ਵੀ ਜੱਟ, ਜੱਟ ਮਹਾਸਭਾ ਦਾ ਪ੍ਰਧਾਨ। ਸੋ ਮੇਰੇ ਵੀਰੋ ਪੰਜਾਬੀਓ, ਜੱਟਾਂ ਨੇ, ਮੈਂ ਸਾਰੇ ਜੱਟ ਨਹੀਂ ਮਾੜੇ, ਚੰਗੀ ਸੋਚ ਵਾਲੇ, ਗੁਰਬਾਣੀ ਦੀ ਮੰਨਣ ਵਾਲੇ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ ਦੇ ਇਸ ਸਿਧਾਂਤ ਤੇ ਪਹਿਰਾ ਦੇਣ ਵਾਲੇ ਜੱਟ ਸਾਡੇ ਭਰਾ ਨੇ। ਅਸੀਂ ਉਹਨਾਂ ਨੂੰ ਨਹੀਂ ਮਾੜੇ ਕਹਿੰਦੇ, ਸਾਰੇ ਨਹੀਂ ਮਾੜੇ। ਕੜਮ ਚੌਧਰੀ ਜੱਟ ਧਰਮ ਦੇ ਠੇਕੇਦਾਰ, ਜਿਹੜੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੰਮ੍ਰਿਤ ਖੰਡੇ ਬਾਟੇ ਦੀ ਪੋਲ ਲੈਣ ਦੇ ਬਾਵਜੂਦ ਆਪਣੇ ਨਾਮ ਦੇ ਨਾਲ ਧਾਮੀ, ਗਰੇਵਾਲ, ਇਦਾਂ ਦੀਆਂ ਆਪਣੀਆਂ ਗੋਤਾਂ ਜਾਤਾਂ ਜਿਹੜਾ ਹੰਕਾਰ ਨਹੀਂ ਛੱਡਦੇ, ਇਦਾਂ ਦੇ ਕੜਮ ਚੌਧਰੀ ਜੱਟ ਜਿਹੜੇ ਨੇ, ਇਹਨਾਂ ਨੇ ਧਰਮ ਨੂੰ ਬਿਜ਼ਨਸ ਬਣਾਇਆ ਹੋਇਆ, ਇਹ ਬਿਜ਼ਨਸ ਕਰ ਰਹੇ ਆ। ਇਸੇ ਵਜ੍ਹਾ ਕਰਕੇ ਇਹਨਾਂ ਨੂੰ ਵਿੱਕੀ ਥਾਮਸ ਵਰਗਾ ਮਹਾਰਾਸ਼ਟਰ ਦਾ ਇੱਕ ਕ੍ਰਿਸਚਨ ਕਮਿਊਨਿਟੀ ਚੋਂ ਸਿੱਖ ਬਣਿਆ ਹੋਇਆ ਵਿਅਕਤੀ, ਉਹ ਰਾਸ ਨਹੀਂ ਆਇਆ। ਇਸੇ ਤਰ੍ਹਾਂ ਡਾਕਟਰ ਅੰਬੇਡਕਰ ਸਾਹਿਬ ਨਹੀਂ ਰਾਸ ਆਏ ਸੀ, ਇਸੇ ਤਰ੍ਹਾਂ ਇਹਨਾਂ ਨੂੰ ਮੈਂ ਨਹੀਂ ਸੀ ਰਾਸ ਆਇਆ। ਇਹਨਾਂ ਨੇ ਮੇਰੀ ਧੀ, ਮੇਰੀ ਬੇਟੀ ਦੀਆਂ ਫੋਟੋਆਂ ਐਡਿਟ ਕਰ ਕਰਕੇ ਨੰਗ ਧੜੰਗੀਆਂ ਫੋਟੋਆਂ ਡੀਪੀ ਦੇ ਉੱਤੇ ਕਿਹਦੀਆਂ ਲੱਗੀਆਂ ਹੁੰਦੀਆਂ ਸੀ? ਪਿੰਡਰਾਂ ਵਾਲੇ ਜੀ ਦੀਆਂ, ਖਾਲਸਾਈ ਝੰਡੇ ਦੇ ਨਿਸ਼ਾਨ ਔਰ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਦੇ ਆ। ਡਾਕਟਰ ਮਨਮੋਹਨ ਸਿੰਘ ਯੂਕੇ ਵਰਗੇ, ਸੌਰੀ ਮਾਫੀ ਚਾਹੁੰਦਾ, ਵਾਹਿਗੁਰੂ, ਡਾਕਟਰ ਮਨਮੋਹਨ ਸਿੰਘ ਯੂਕੇ ਵਰਗੇ ਜੱਟ ਫੈਕਟਰ ਨਾਮ ਦਾ ਪੇਜ ਬਣਾ ਕੇ ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਕੇ ਵਾਇਰਲ ਕਰਦੇ ਆ। ਇੱਕ ਮਾਮਾ ਬਘੇਲਾ, ਉਹ ਲੋਕਾਂ ਦੀ ਚਾਚਾ ਹੋਊਗਾ, ਮੇਰਾ ਮਾਮਾ ਆ, ਉਹਦੀ ਭੈਣ ਨੇ ਉਹਦਾ ਜਲੂਸ ਕੱਢ ਦਿੱਤਾ ਸੀ ਜਿਹੜਾ USA ਰਹਿੰਦਾ, ਉਹ ਮਾਮਾ ਬਘੇਲਾ, ਇਹ ਵੀ ਜੱਟ। ਯੂਕੇ ਵਾਲਾ ਡਾਕਟਰ ਮਨਮੋਹਨ ਸਿੰਘ, ਉਹ ਵੀ ਜੱਟ। USA ਵਾਲਾ ਨਾਨਕ ਸਿੰਘ, ਡਾਕਟਰ ਅੰਬੇਡਕਰ ਸਾਹਿਬ ਨੂੰ ਗਾਲਾਂ ਕੱਢਣ ਵਾਲਾ, ਉਹ ਵੀ ਜੱਟ। ਹਰਭਜਨ ਭਿੰਡਰ ਜੱਟ, ਕਰਨਲ GB ਸਿੰਘ ਜੱਟ, ਤੇ ਖਾਲਿਸਤਾਨੀ ਜਿਹੜਾ ਪਟਿਆਲੇ ਵਾਲਾ, ਉਹ ਵੀ ਜੱਟ। ਤੇ ਉਹਦੇ ਵਿੱਚ ਸਾਡਾ ਵੀ ਇੱਕ ਗਦਾਰ ਜਮਾਲਪੁਰ ਸਾਹਿਬ, ਉਹ ਵੀ ਰਲਿਆ ਹੋਇਆ। ਸੋ ਮੇਰੇ ਵੀਰੋ, ਇਹ ਲੋਕ ਉਹ ਲੋਕ ਨੇ ਜਿਹੜੇ ਇਸ ਕਮਿਊਨਿਟੀ ਤੋਂ ਨੇ, ਜੱਟ ਕਮਿਊਨਿਟੀ ਤੋਂ ਨੇ। ਕੜਮ ਚੌਧਰੀ ਨੇ, ਸਾਰੇ ਜੱਟ ਨਹੀਂ ਮਾੜੇ, ਮੈਂ ਫੇਰ ਇੱਥੇ ਕਹਿ ਦਵਾਂ, ਲੇਕਿਨ ਕੜਮ ਚੌਧਰੀ ਜੱਟ ਜਿਹੜੇ ਧਰਮ ਦੇ ਉੱਤੇ ਕਬਜ਼ਾ ਕਰਕੇ ਬਹਿ ਗਏ ਆ, ਸੱਪ ਵਾਂਗੂ ਕੁੰਡਲੀ ਮਾਰ ਕੇ ਬਹਿ ਗਏ ਆ। ਇਹ ਕਹਿੰਦੇ ਆ ਵੀ ਅਸੀਂ ਸਿੱਖੀ ਦੇ ਵਿੱਚ ਹੋਰ ਕਿਸੇ ਨੂੰ ਜੁੜਨ ਨਹੀਂ ਦੇਣਾ, ਕਿਸੇ ਨੂੰ ਸਿੱਖ ਨਹੀਂ ਮੰਨਣਾ, ਕਿਉਂਕਿ ਉਹ ਸਾਡੇ ਕੋਲੋਂ ਗੁਰੂ ਘਰਾਂ ਦੇ ਹਿਸਾਬ ਮੰਗਣਗੇ, ਗੋਲਕਾਂ ਦਾ ਹਿਸਾਬ ਮੰਗਣਗੇ। ਜਿਹੜੀ ਗੁਰੂ ਘਰਾਂ ਦੀ 40,000 ਏਕੜ ਜ਼ਮੀਨ ਪੰਜਾਬ 'ਚ ਆ, ਉਹਦੇ ਠੇਕੇ ਦਾ ਹਿਸਾਬ ਮੰਗਣਗੇ, ਉਹ ਜ਼ਮੀਨਾਂ ਦਾ ਹਿਸਾਬ ਮੰਗਣਗੇ, ਪੈਸਿਆਂ ਦਾ ਹਿਸਾਬ ਮੰਗਣਗੇ। ਇਸ ਕਰਕੇ ਅਸੀਂ ਇਹਨਾਂ ਨੂੰ ਐਕਸੈਪਟ ਨਹੀਂ ਕਰਨਾ ਮੇਰੇ ਵੀਰੋ। ਆਹ ਸੱਚਾਈ ਆ। ਇੰਨੀਆਂ ਕਿ ਬੇਨਤੀਆਂ ਤੁਹਾਡੇ ਕਰਨੀਆਂ ਸੀ। ਵਿੱਕੀ ਥਾਮਸ ਵਰਗੇ ਨੂੰ ਮੈਂ ਸਲੂਟ ਕਰਦਾ ਆ ਕਿ ਉਹਦਾ ਪਿਛੋਕੜ ਜੋ ਮਰਜ਼ੀ ਸੀ, ਲੇਕਿਨ ਅੱਜ ਉਹ ਸਿੱਖੀ ਫਲਸਫੇ ਤੋਂ ਪ੍ਰਭਾਵਿਤ ਹੋਇਆ, ਗੁਰਬਾਣੀ ਤੋਂ ਪ੍ਰਭਾਵਿਤ ਹੋਇਆ, ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਤੋਂ ਪ੍ਰਭਾਵਿਤ ਹੋਇਆ, ਤੇ ਉਹਨੇ ਖੱਡੇ ਬਾਟੇ ਦੀ ਪੋਲ ਛਕੀ। ਲੇਕਿਨ ਪੰਜਾਬ ਦੇ ਕੜਮ ਚੌਧਰੀ ਠੇਕੇਦਾਰ ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਬੈਠੇ ਹੋਏ ਗੋਲਕ ਲੁਟੇਰੇ, ਗੁਰੂ ਘਰਾਂ ਦੀਆਂ ਚੌਧਰਾਂ ਦੇ ਭੁੱਖੇ ਲੁਟੇਰੇ, ਗੁਰੂ ਘਰਾਂ ਦੀਆਂ ਪ੍ਰਧਾਨਗੀਆਂ ਵਾਸਤੇ ਇੱਕ ਦੂਜੇ ਦੀਆਂ ਦਾੜੀਆਂ ਪੁੱਟਣ ਵਾਲੇ ਇਹ ਲੁਟੇਰੇ ਜਿਹੜੇ ਨੇ, ਚਿੱਟ ਕਪੜੀਏ, ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਗੈਰ ਜੱਟ ਕੋਈ ਕਿਸੇ ਵੀ ਤਰ੍ਹਾਂ ਦਾ ਸਿੱਖੀ ਦੇ ਵਿੱਚ ਐਂਟਰੀ ਕਰ ਜਾਵੇ ਤੇ ਕੱਲ ਨੂੰ ਸਾਨੂੰ ਸਵਾਲ ਪੁੱਛੇ। ਇਦਾਂ ਦੇ ਕਿਸੇ ਬੰਦੇ ਨੂੰ ਅਸੀਂ ਐਂਟਰ ਨਹੀਂ ਕਰਨ ਦੇਣਾ, ਇਹਦਾ ਵਿਰੋਧ ਕਰੋ। ਪਾਪੀ ਪੂਲੇ ਦੇ ਨਾਲ ਉਹਨੂੰ ਮਿਲਾਇਆ ਜਾ ਰਿਹਾ, ਉਹ ਪੂਲਾ ਦੇ ਬਲਾਤਕਾਰੀ ਸੀ, ਧੀਆਂ ਦੇ ਕਤਲ ਸੀਗਾ, ਲੇਕਿਨ ਵਿੱਕੀ ਥਾਮਸ ਨੇ ਇਦਾਂ ਦਾ ਕੋਈ ਕੰਮ ਨਹੀਂ ਕੀਤਾ। ਸੋ ਮੇਰੇ ਵੀਰੋ, ਸੋ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਵਿੱਕੀ ਥਾਮਸ ਜਿਹੜਾ ਆ ਇੱਕ ਨਿਧੜਕ ਨਿਡਰ ਬੰਦਾ ਆ, ਉਹ ਕੱਲ ਨੂੰ ਸਾਨੂੰ ਸਵਾਲ ਪੁੱਛ ਸਕਦਾ ਆ, ਤੇ ਇਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ, ਜਿਹਦੇ ਕਰਕੇ ਅੱਜ ਇਹ ਸਾਰੇ ਜਣੇ ਰਲ ਕੇ, ਅੱਜ ਦੇਖੋ ਦੁੱਕੀ ਦਾ ਬੰਦਾ ਜਿਹਦੀ ਕੋਈ ਔਕਾਤ ਨਹੀਂ, ਔਰ ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਤੇ ਜ਼ਬਰਦਸਤੀ ਕਿਰਪਾਨ ਫੜ ਕੇ ਇਦਾਂ ਦੇ ਬੰਦਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ। ਬਾਜੇ ਕੇ ਮੰਤਰੀ ਉਹ ਜੱਟ ਆ, ਇਸ ਕਰਕੇ ਉਹ ਮੈਂ ਤੇਰੀ ਬੋਕੀ ਪਾੜ ਦੇਣੀ ਇਦਾਂ ਦੀਆਂ ਗੱਲਾਂ ਕਰਦਾ। ਦੁੱਕੀ ਦਾ ਬੰਦਾ, ਅਨਪੜ੍ਹ ਲਾੜਾ, ਉਹਨਾਂ ਨੂੰ ਇਹ ਵਾੜੀ ਜਾਂਦੇ ਆ ਕਿਉਂਕਿ ਜੱਟ ਨੇ, ਬੂਟ ਨੇ, ਇਸ ਕਰਕੇ ਤਾਂ ਕਿ ਉਹਨਾਂ ਦੀ ਸਦੀਆਂ ਤੱਕ ਰੋਜੀ ਰੋਟੀ ਚੱਲਦੀ ਰਵੇ।
ਉਹਨਾਂ ਇਦਾਂ ਦੇ ਟੁੱਟੇ ਦੰਦਾਂ ਵਾਲੇ, ਚਿੱਟਾ ਪੀਣ ਵਾਲੇ, ਬੀੜਾ ਪੀਣ ਵਾਲੇ, ਬੀੜੀਆਂ ਪੀਣ ਵਾਲੇ ਜੱਟਾਂ ਨੂੰ ਮੰਤਰੀ ਬਾਜੇ ਅੱਗੇ ਵਰਗੇ ਜੱਟ ਜਿਹੜੇ ਬੂਟ ਕਿਸਮ ਦੇ ਜੱਟ ਨੇ, ਅਨਪੜ੍ਹ ਲਾਣੇ ਹੈ, ਇਹ ਜਿਹੜੇ ਜਰਦਾ ਲਾਉਂਦੇ ਨੇ, ਜਿਹੜੇ ਚਿੱਟਾ ਵੇਚਦੇ ਨੇ, ਉਹਦੀ ਸਾਲੀ ਨੇ ਆਣ ਕੇ ਉਹਦਾ ਉਹ ਕਰ ਦਿੱਤਾ। ਏਦਾਂ ਦੇ ਚਿੱਟ ਕਪੜੀਏ ਨੇ, ਸਾਫ ਸੁਥਰੇ ਨੇ, ਜਿਨ੍ਹਾਂ ਨੂੰ ਤਮੀਜ਼ ਨਹੀਂ, ਅਕਲ ਨਹੀਂ, ਅਨਪੜ੍ਹ ਨੇ, ਉਦਾਂ ਦੇ ਵਿਅਕਤੀ ਅੰਮ੍ਰਿਤਪਾਲ ਦੇ ਨਾਲ ਤੁਰੇ ਫਿਰਦੇ ਆ। ਉਹ ਕਦੀ ਚੌਧਰੀ ਕ੍ਰਿਸ਼ਨ ਲਾਲ ਦਾ ਸੋਧਾ ਲਾਉਣ ਦੀ ਗੱਲ ਕਰਦੇ ਆ, ਕਦੀ ਮੇਰੇ ਬਾਰੇ ਨਹੀਂ ਬੋਲ ਸਕਦੇ। ਮੇਰੇ ਵਾਲੇ ਚਾਹੇ ਉਹ ਰਾਜਪੂਤ ਹੈ, ਗੁਰਪ੍ਰੀਤ ਹੈ, ਚਾਹੇ ਮੰਤਰੀ ਬਾਜੇ ਕੇ, ਜੇ ਕਿਤੇ ਮੇਰੇ ਢੇ ਚੜ ਗਏ, ਮਿਰਚਾਂ ਵਾਲੀ ਬੋਰੀ ਦੇ ਵਿੱਚ ਪਾ ਕੇ ਇਹਨਾਂ ਨੂੰ ਉਹ ਬੜਾਂਗਾ ਲੱਥੂਗਾ, ਇਹਨਾਂ ਦਾ ਉਹ ਬੜਾਂਗਾ ਲਾਉਣਗੇ ਮੇਰੇ ਲੋਕ। ਮੈਂ ਉਸ ਕਮਿਊਨਿਟੀ ਨਾਲ ਸੰਬੰਧ ਰੱਖਦਾ ਜਿਹੜੇ ਪਿਛਵਾੜੇ 'ਚ ਝਾੜੂ ਦੇ ਕੇ ਮੋਰ ਬਣਾ ਦਿੰਦੇ ਆ। ਔਰ ਇਹ ਜੇ ਕਿਸੇ ਨੂੰ ਕੋਈ ਭੁਲੇਖੇ 'ਚ ਹੋਵੇ, ਪੁੱਛ ਕੇ ਦੇਖ ਲਿਓ ਗੁੱਗੂ ਗਿੱਲ ਨੂੰ, ਪੁੱਛ ਕੇ ਦੇਖ ਲਿਓ ਯੋਗਰਾਜ ਨੂੰ, ਪੁੱਛ ਕੇ ਦੇਖ ਲਿਓ ਦੀਪ ਸਿੱਧੂ ਵਰਗੇ ਨੂੰ, ਚਲੋ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ, ਉਹਨਾਂ ਨੂੰ ਪੁੱਛ ਕੇ ਦੇਖ ਲਿਓ, ਪੁੱਛ ਕੇ ਦੇਖ ਲਿਓ ਵਕੀਲਣੀ ਸਿਮਰ ਗਿੱਲ ਨੂੰ, ਪੁੱਛ ਕੇ ਦੇਖ ਲਿਓ ਪਰਜਿੰਦਰ ਪਰਵਾਨੇ ਨੂੰ, ਇਹਨਾਂ ਦੇ ਮੋਰ ਬਣਾਏ ਆ। ਮੈਂ ਉਸ ਕਮਿਊਨਿਟੀ ਦੇ ਨਾਲ ਸੰਬੰਧ ਰੱਖਦਾ, ਮੈਨੂੰ ਮਾਣ ਆ, ਮੇਰੇ ਪਿੱਛੇ ਮੇਰਾ ਸਮਾਜ ਆ, ਮੇਰੀ ਕੌਮ ਆ, ਅਸੀਂ ਵੀ ਸਿੱਖ ਆ, ਲੇਕਿਨ ਸਾਡਾ ਐਸਸੀ ਜਿੰਨੀ ਕਮਿਊਨਿਟੀ ਆ ਉਹ ਸਾਰੀ ਮੈਨੂੰ ਪਿਆਰ ਕਰਦੀ ਆ, ਮੇਰੇ ਨਾਲ ਖੜੀ ਆ। ਤੇ ਜਿੱਦਣ ਕਿਤੇ ਮੰਤਰੀ ਬਾਜੇ ਕੇ ਵਰਗਾ ਜਾਂ ਦੁਬਾਰਾ ਕਿਤੇ ਅੰਮ੍ਰਿਤਪਾਲ ਵਰਗੇ ਨੇ ਕਿਤੇ ਸਾਡੀ ਕਮਿਊਨਿਟੀ ਦੇ ਖਿਲਾਫ ਜਾਂ ਮਜ਼੍ਹਬੀ ਸਿੰਘਾਂ ਦੇ ਖਿਲਾਫ ਜਾਂ ਕਿਸੇ ਰਹਿਬਰ ਦੇ ਖਿਲਾਫ ਜਾਂ ਕਿਸੇ ਸ਼ਹੀਦ ਦੇ ਖਿਲਾਫ ਕੋਈ ਸ਼ਬਦ ਬੋਲਤਾ, ਤੇ ਚਾਹੇ ਅੰਮ੍ਰਿਤਪਾਲ ਆ, ਚਾਹੇ ਮੰਤਰੀ ਬਾਜੇ ਕੇ ਆ, ਮਿਰਚਾਂ ਵਾਲੀ ਬੋਰੀ 'ਚ ਪਾ ਕੇ ਬੜਾਂਗਾ ਲੱਥੂਗਾ, ਕੜਾਪਾ ਚੜੂਗਾ, ਤੇ ਮੇਰੀ ਕਮਿਊਨਿਟੀ ਦੇ ਲੋਕ ਪਛਵਾੜੇ 'ਚ ਝਾੜੂ ਦੇ ਕੇ ਮੋਰ ਬਣਾ ਦੇਣਗੇ ਇਹਨਾਂ ਲੋਕਾਂ ਨੂੰ। ਜੇ ਇਹਨਾਂ ਨੇ ਕਿਤੇ ਸਾਡੇ ਨਾਲ ਉਲਝਣ ਦੀ ਕੋਸ਼ਿਸ਼ ਕੀਤੀ, ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਰੰਗਰੇਟੇ ਗੁਰੂ ਕੇ ਬੇਟਿਆਂ ਨੂੰ ਛਾਤੀ ਨਾਲ ਲਾਇਆ ਸੀਗਾ, ਔਰ ਇਹਨਾਂ ਦੀ ਬਹਾਦਰੀ ਤੇ ਇਮਾਨਦਾਰੀ ਦੇ ਉੱਤੇ ਮਾਣ ਸੀ। ਅੱਜ ਤੁਸੀਂ ਅੰਮ੍ਰਿਤਪਾਲ ਵਰਗੇ ਨਾਲ ਤਾਂ ਲੱਖਾਂ 'ਚ ਤੁਰੇ ਫਿਰਦੇ ਆ। ਦੁੱਕੀ ਦੇ ਲੋਕੋ, ਤੁਸੀਂ ਗੁਰੂ ਕਲਗੀਧਰ ਪਿਤਾ ਦੇ ਨਾਲ ਕਿਉਂ ਨਹੀਂ ਉਦੋਂ ਲੱਖਾਂ ਦੀ ਤਾਦਾਦ 'ਚ ਤੁਰੇ? ਅੱਜ ਅੰਮ੍ਰਿਤਪਾਲ ਵਰਗਾ ਜਿਹੜਾ ਵਿਅਕਤੀ ਸੈਟੀਆਂ ਤੁਰਵਾਉਂਦਾ ਫਿਰਦਾ, ਜਿਹੜਾ ਅਸਲੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਉਹਨੂੰ ਤੇ ਲਾਗੂ ਨਹੀਂ ਕਰਵਾ ਰਿਹਾ। ਪਿੰਡਾਂ 'ਚ 4-4 ਜਾਤੀ ਆਧਾਰਿਤ ਗੁਰਦੁਆਰੇ, 4-4 ਜਾਤੀ ਆਧਾਰਿਤ ਸ਼ਮਸ਼ਾਨ ਘਾਟ, ਉਧਰ ਨੂੰ ਤੇ ਇਹਦਾ ਮੂੰਹ ਨਹੀਂ ਜਾਂਦਾ। ਆ ਜਿਹੜਾ ਸੁਰ ਸਿੰਘੀ ਆ, ਜਿਹੜਾ ਜਾਤੀ ਆਧਾਰਿਤ ਬਾਟੇ ਵੱਖਰੇ ਕਰਕੇ, ਆ ਬਾਬਾ ਬਕਾਲੀ ਆ ਜਾਤੀ ਆਧਾਰਿਤ ਵੱਖਰੇ ਕਰਕੇ ਬਾਟੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਦੋ ਕਰ ਰਿਹਾ। ਏਦਾਂ ਦੇ ਲੋਕਾਂ ਵੱਲ ਤਾਂ ਤੁਸੀਂ ਮੂੰਹ ਨਹੀਂ ਕਰਦੇ, ਕਿਉਂਕਿ ਤੁਹਾਡੇ ਛਿੱਤਰ ਫਿਰਨੇ ਆ, ਉਹਨਾਂ ਦੇ ਤੇ ਤੁਸੀਂ ਜਾ ਕੇ ਪੈਰਾਂ 'ਚ ਬਹਿੰਦੇ ਆ ਹੈ। ਤੇ ਤੁਸੀਂ ਗੱਲਾਂ ਕਰਦੇ ਆ ਮਜ਼੍ਹਬੀ ਸਿੱਖ ਰੰਗਰੇਟੇ ਗੁਰੂ ਕੇ ਬੇਟਿਆਂ ਦੀ। ਯਾਦ ਰੱਖਿਓ ਸਾਡੀ ਗਿਰਜ ਵਾਂਗੂ ਨਿਗਾਹ ਆ, ਤੇ ਭਾਵੇਂ 10 ਆਪਣੇ ਨਾਲ ਕਿਰਾਏ ਦੇ ਭਾੜੇ ਦੇ ਟੱਟੂ ਰੱਖੀ ਫਿਰੇ ਅੰਮ੍ਰਿਤਪਾਲ, ਤੇ ਭਾਵੇਂ ਮੰਤਰੀ ਬਾਜੇ ਕੇ, ਜਿੱਦਣ ਸਾਡੇ ਲੋਕਾਂ ਦੇ ਹੱਥੇ ਚੜ ਗਏ, ਸਾਡੇ ਕਿਸੇ ਰਹਿਬਰ ਦੇ, ਸ਼ਹੀਦ ਦੇ, ਕਿਸੇ ਸਾਡੀ ਕਮਿਊਨਿਟੀ ਦੇ ਖਿਲਾਫ ਗੱਲ ਕਰਤੀ, ਮਿਰਚਾਂ ਵਾਲੀ ਬੋਰੀ ਦੇ ਵਿੱਚ ਪਾ ਕੇ ਉਹ ਕੜਾਪਾ ਲੱਥੂਗਾ, ਉਹ ਪੜਾਕਾ ਲੱਥੂਗਾ। ਯਾਦ ਰੱਖਿਓ ਵੀ ਮੁੜ ਕੇ ਮੰਤਰੀ ਬਾਜੇ ਕੇ ਇਹ ਤੁਹਾਨੂੰ ਜੇ ਕਿਤੇ ਥਿਆ ਜਾਵੇ, ਤੇ ਮੈਂ ਕਹਿੰਦਾ ਵੀ ਮੈਂ ਤੁਹਾਡੀ ਜੁੱਤੀ ਦੇ ਵਿੱਚ ਪਾਣੀ ਪੀ ਲੂੰਗਾ। ਸਮਝ ਗਏ? ਸੋ ਇਦਾਂ ਦੇ ਲੋਕਾਂ ਤੋਂ ਸਾਵਧਾਨ। ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਜੱਟ ਭਰਾਵਾਂ ਨੂੰ ਬੇਨਤੀਆਂ, ਮੇਰੇ ਵੀਰੋ, ਆਪਣੇ ਨੌਜਵਾਨ ਮੁੰਡਿਆਂ ਧੀਆਂ ਪੁੱਤਾਂ ਨੂੰ ਜਾਗਰੂਕ ਕਰੋ। ਉਹ ਤੁਹਾਡੀ ਸੰਵਿਧਾਨ ਦੇ ਵਿੱਚ ਤੁਹਾਡੀ ਆਪਣੀ ਰਿਜ਼ਰਵੇਸ਼ਨ ਆ। 52% ਅਦਰ ਬੈਕਵਰਡ ਕਲਾਸ ਦੀ ਇਸ ਟਾਈਮ 27% ਰਿਜ਼ਰਵੇਸ਼ਨ ਮਿਲਦੀ ਪਈ ਆ, 25% ਘੱਟ ਆ। ਜਿੰਨੀ ਗਿਣਤੀ ਆ ਉਧਰ ਅਦਰ ਬੈਕਵਰਡ ਕਲਾਸ ਦੀ OBC ਦੀ 52% ਗਿਣਤੀ ਨੂੰ 27% ਰਿਜ਼ਰਵੇਸ਼ਨ ਘੱਟ ਆ। 52% ਗਿਣਤੀ ਨੂੰ 52% ਮੰਡਲ ਕਮਿਸ਼ਨ ਰਿਜ਼ਰਵੇਸ਼ਨ ਦੇਣ ਦੀ ਗੱਲ ਕਰਦਾ। ਮੇਰੇ ਵੀਰੋ, ਲਾਗੂ ਕਰਵਾ ਲਓ, ਲਾਗੂ ਕਰਵਾਓ ਮੰਡਲ ਕਮਿਸ਼ਨ। ਤੁਹਾਡੇ ਧੀਆਂ ਪੁੱਤ ਜਿਨ੍ਹਾਂ ਨੂੰ ਭੜਕਾਇਆ ਜਾ ਰਿਹਾ ਸਿੱਖ ਗੁਲਾਮ ਕੌਮ ਆ, ਜਿਨ੍ਹਾਂ ਨੂੰ ਭੜਕਾਇਆ ਜਾ ਰਿਹਾ ਕਿ ਭਾਰਤ ਦਾ ਸੰਵਿਧਾਨ 25 ਆਰਟੀਕਲ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦਾ, ਐਸਾ ਕੁਝ ਨਹੀਂ ਲਿਖਿਆ। ਮੈਂ 10 ਲੱਖ ਰੁਪਇਆ ਨਾਮ ਰੱਖਿਆ ਸੀ, ਤੇ ਨਾਲ ਇਹ ਵੀ ਗੱਲ ਕਹੀ ਸੀ ਵੀ ਛਿੱਤਰਾਂ ਦਾ ਹਾਰ ਲੈ ਕੇ ਆ ਜਾਓ, ਸਾਡੇ ਨਾਲ ਪਬਲਿਕਲੀ ਡਿਬੇਟ ਕਰ ਲਓ ਕਿਸੇ ਮੰਚ ਦੇ ਉੱਤੇ। ਜੇ ਤੁਸੀਂ ਸਾਬਤ ਕਰ ਦਿੰਦੇ ਹੋ ਕਿ ਆਰਟੀਕਲ 25 ਚ ਸਿੱਖਾਂ ਨੂੰ ਕਿਤੇ ਕੇਸਾਧਾਰੀ ਹਿੰਦੂ ਲਿਖਿਆ, ਸਾਡੇ ਤੋਂ 10 ਲੱਖ ਰੁਪਇਆ ਲੈ ਜਿਓ, ਸਾਡੇ ਗੱਲ ਛਿੱਤਰਾਂ ਦਾ ਹਾਰ ਪਾ ਦਿਓ, ਛਿੱਤਰਾਂ ਦਾ ਹਾਰ ਲੈ ਕੇ ਆਓ ਤੇ ਸਹੀ। ਮੈਂ ਚੈਲੰਜ ਕੀਤਾ, ਅੱਜ ਤੱਕ ਕਿਉਂ ਨਹੀਂ ਬੋਲਿਆ? ਮੈਨੂੰ ਲਾਲਚ ਦਿੱਤਾ ਜਾਂਦਾ ਆਰਟੀਕਲ 25 ਤੇ ਨਾ ਬੋਲ, ਕਿਉਂਕਿ ਇਹਨਾਂ ਗੱਦਾਰ ਲੀਡਰਾਂ ਨੇ ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਜੱਟਾਂ ਦੇ ਬੱਚਿਆਂ ਨੂੰ ਚਾਹੁੰਦੇ।
ਇਹ ਲੋਕ ਤੁਹਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਮਰਵਾਉਣਾ ਚਾਹੁੰਦੇ ਆ। ਪਹਿਲਾਂ 84 ਚ ਮਰਵਾਇਆ, ਅਮੀਰ ਜੱਟਾਂ ਨੇ ਗਰੀਬ ਜੱਟਾਂ ਦੇ ਪੁੱਤਾਂ ਨੂੰ ਉਦੋਂ ਵੀ ਮਰਵਾਇਆ। KPS ਵੀ ਜੱਟ ਸੀ, ਔਰ ਤੁਸੀਂ ਸੋਚ ਕੇ ਦੇਖੋ ਵੀ 1984 ਦੇ ਵਿੱਚ ਅਮੀਰ ਜੱਟਾਂ ਨੇ ਗਰੀਬ ਜੱਟਾਂ ਦੇ ਨਾਲ ਦੁਸ਼ਮਣੀਆਂ ਕਰਦੇ ਹੋਏ ਉਹਨਾਂ ਦੇ ਧੀਆਂ ਪੁੱਤਾਂ ਦੇ ਐਨਕਾਊਂਟਰ ਕਰਵਾਏ, ਉਹਨਾਂ ਨੂੰ ਮਰਵਾਇਆ। ਚਾਹੇ ਉਹ ਪੁਲਿਸ ਦੇ ਵਿੱਚ ਸੀ, ਚਾਹੇ ਉਹ ਕਿਤੇ ਵੀ ਸੀਗੇ, ਉਹਨਾਂ ਨੂੰ ਜ਼ਬਰਦਸਤੀ ਮਰਵਾਇਆ ਗਿਆ, ਗੁੰਮਰਾਹ ਕਰਕੇ ਮਰਵਾਇਆ ਗਿਆ। ਇਹੀ ਲੋਕ ਨਹੀਂ ਚਾਹੁੰਦੇ ਕਿ ਧਾਰਾ 25 ਦੀ ਸਮਝ ਆ ਜਾਵੇ ਸਿੱਖਾਂ ਨੂੰ, ਤੇ ਇਹ ਕਿਤੇ ਸਮਝ ਕੇ ਇਹ ਕਿਤੇ ਕੱਲ ਨੂੰ ਸਾਡੇ ਹੱਥਾਂ ਚੋਂ ਨਿਕਲ ਨਾ ਜਾਣ। ਮੇਰੇ ਵੀਰੋ, ਅਸੀਂ ਇਹਨਾਂ ਨੂੰ ਚੈਲੰਜ ਕੀਤਾ ਕਿ ਧਾਰਾ 25 ਉਹਦੇ ਚ ਦਿਖਾ ਦਿਓ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ, ਸਾਡੇ ਤੋਂ 10 ਲੱਖ ਰੁਪਈਆ ਲੈ ਜਾਓ, ਸਾਨੂੰ ਗਲਤ ਸਾਬਤ ਕਰਕੇ ਸਾਡੇ ਛਿੱਤਰਾਂ ਦਾ ਹਾਰ ਪਾ ਦਿਓ, ਨਹੀਂ ਤਾਂ ਛਿੱਤਰਾਂ ਦਾ ਹਾਰ ਪਵਾ ਕੇ ਸਾਡੇ ਕੋਲੋਂ ਚਲ ਜਾਓ। ਅਜੇ ਤੱਕ ਆਇਆ ਕੋਈ ਨਹੀਂ ਹੈ। ਕਰੋੜਾਂ ਦੇ ਲਾਲਚ ਦਿੱਤੇ ਜਾ ਰਹੇ ਸੀ, ਤੇਰੇ ਖਾਤੇ 'ਚ ਪੈਸੇ ਪਵਾ ਦੇਵਾਂਗੇ, ਪਰ ਅਸੀਂ ਇਹਨਾਂ ਨੂੰ ਕਿਹਾ ਵੀ ਆਰਟੀਕਲ 25 ਦੇ ਬਾਰੇ ਬੋਲਣਾ ਬੰਦ ਨਹੀਂ ਕਰਨਾ। ਅਸੀਂ ਮੰਡਲ ਕਮਿਸ਼ਨ ਦੀ ਜਾਣਕਾਰੀ ਆਪਣੇ ਗਰੀਬ ਜੱਟਾਂ ਨੂੰ, ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਜੱਟਾਂ ਨੂੰ ਅਸੀਂ ਜਾਣਕਾਰੀ ਦਿੰਦੇ ਰਹਿਣਾ ਆ, ਉਹਨਾਂ ਨੂੰ ਅਸੀਂ ਜਗਾਉਂਦੇ ਰਹਿਣਾ ਆ। ਉਹ ਸਾਡੇ ਭਰਾ ਨੇ, ਸਾਡਾ ਖੂਨ ਆ, ਅਸੀਂ ਉਹਨਾਂ ਦੇ ਧੀਆਂ ਪੁੱਤਾਂ ਨੂੰ ਅਣਿਆਈ ਮੌਤ ਨਹੀਂ ਮਰਨ ਦੇਣਾ। ਮੇਰੇ ਵੀਰੋ, ਜਾਗਰੂਕ ਹੋ ਜਾਓ। ਆ ਵਿੱਕੀ ਥੋਮਸ ਵਰਗਾ ਬੰਦਾ ਜੇ ਕ੍ਰਿਸਚਨ ਕੋਈ ਸਾਡੇ 'ਚ ਆਉਂਦਾ, ਗੱਲ ਨਾ ਲਾਈਏ, ਸਿੱਖੀ ਗੱਲ ਨਾਲ ਲਾਉਂਦੀ ਆ। ਔਰ ਸੋਚੋ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਨਮਾਜ਼ੀ ਸਿੱਖ ਸੀ, ਜਿਹੜੇ ਨਮਾਜ਼ ਕਰਨ ਵਾਲੇ, ਨਬੀ ਖਾਨ, ਗਨੀ ਖਾਨ, ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ ਕਲਗੀਧਰ ਪਿਤਾ ਨੂੰ ਮਾਛੀਵਾੜੇ ਤੋਂ ਆਲਮਗੀਰ ਸਾਹਿਬ ਤੱਕ ਲੈ ਕੇ ਆਂਦਾ, ਲੁਧਿਆਣੇ ਤੱਕ ਲੈ ਕੇ ਆਂਦਾ, ਮੰਜਾ ਭੇਟ ਕੀਤਾ, ਘੋੜਾ ਭੇਟ ਕੀਤਾ, ਮੰਜੇ ਦੇ ਉੱਤੇ ਲੈ ਕੇ ਆਂਦਾ। ਉਹ ਨਮਾਜ਼ੀ ਸਿੱਖ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਧਰਮ ਨਹੀਂ ਬਦਲਵਾਇਆ, ਉਹਨਾਂ ਨੂੰ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਇਜਾਜ਼ਤ ਸੀ। ਲੇਕਿਨ ਏਦਾਂ ਦੇ ਸਾਡੇ ਮੁਸਲਮਾਨ ਭਰਾਵਾਂ ਨੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਟਾਈਮ ਦੇ ਉੱਤੇ ਹਾਦਾ ਨਾਰਾ ਮਾਰਿਆ, ਉਹ ਵੀ ਉਹਨਾਂ ਦਾ ਧਰਮ ਨਹੀਂ ਬਦਲਵਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਨਾਲ ਲਾਇਆ, ਜਿਹੜਾ ਆਉਣਾ ਚਾਹੁੰਦਾ ਸਵਾਗਤ ਆ, ਤੇ ਜਿਹੜੇ ਧਰਮ ਨੂੰ ਮੰਨਦਾ ਉਹਨਾਂ ਦੀ ਇੱਥੇ ਗੱਲਾਂ ਕਰੀ ਜਾਂਦੇ ਆ। ਮੱਝਾ ਚੋਰ ਵਰਗੇ ਵੀ ਸਾਡੇ ਪਿੰਡ 'ਚ ਜੇ ਕੋਈ ਕ੍ਰਿਸਚਨ ਵੜੂਗਾ ਤੇ ਲੱਤਾਂ ਤੋੜ ਦਾਂਗੇ। ਇਹ ਤੈਨੂੰ ਥੋੜੇ ਦਿਨਾਂ ਤੱਕ ਪਤਾ ਲੱਗ ਜਾਊਗਾ ਵੀ ਲੱਤਾਂ ਕਿਹਦੀਆਂ ਟੁੱਟਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ ਸਾਥੀਓ। ਧੰਨਵਾਦ ਸਾਥੀਓ।